ਪਠਾਨਕੋਟ ਖੇਤਰ ਦੇ ਵਿੱਚ 27000 ਏਕੜ ਦੇ ਕਰੀਬ ਪੰਚਾਇਤੀ ਜ਼ਮੀਨ ਦੇ ਉੱਤੇ ਜਿਹੜਾ ਹੈਗਾ ਗੈਰ ਕਾਨੂੰਨੀ ਮਾਈਨਿੰਗ ਹੋਈ ਹੈ, ਕਬਜ਼ੇ ਹੋਏ ਨੇ ਜਾਂ ਉਸ ਦੀ ਕਿਸਮ ਜਿਹੜੀ ਹੈ ਉਹ ਬਦਲੀ ਗਈ ਹੈ। ਪਹਿਲਾ ਖੁਲਾਸਾ ਤਾਂ ਤੁਹਾਡੇ ਮਾਝਾ ਖੇਤਰ 'ਚ ਹੀ ਆਉਂਦਾ ਤੇ ਮਾਝਾ ਖੇਤਰ ਦੇ ਵਿੱਚ ਹੀ ਉਹਨਾਂ ਨੇ ਦੋਸ਼ ਲਾ ਦਿੱਤਾ ਕਿ ਪਠਾਨਕੋਟ ਦੇ ਵਿੱਚ ਹੀ 27000 ਏਕੜ ਦੇ ਕਰੀਬ ਜ਼ਮੀਨ ਨੱਪੀ ਗਈ ਹੈ। ਧਾਲੀਵਾਲ ਸਾਹਿਬ ਨੂੰ ਬੇਨਤੀ ਕਰਾਂਗਾ, ਧਾਲੀਵਾਲ ਸਾਹਿਬ ਕੋਈ ਐਲੀਗੇਸ਼ਨ ਸਪੈਸੀਫਿਕ ਲਾਓ, ਕਿਹੜਾ ਕਿੱਲਾ, ਕਿਹੜੇ ਪਿੰਡ, ਕਿੱਥੇ ਮੈਂ ਮਾਈਨਿੰਗ ਕਰਾਤੀ, ਕਿਹੜੀ ਪੈਲੀ ਮੈਂ ਕਿਹਨੂੰ ਦੇ ਦਿੱਤੀ। ਜਨਰਲ 25000 ਏਕੜ ਹੀ ਮੈਂ ਲੈ ਗਿਆ, 25000 ਏਕੜ ਹੀ ਮੈਂ ਪੁੱਟ ਗਿਆ। ਥੋੜੇ ਪੜ੍ਹਿਆ ਲਿਖਿਆ ਵਾਲੀ ਗੱਲਾਂ ਕਰੋ। ਮੈਂ ਕਿਸੇ को डरने वाला भी नहीं, डर के भजन वाला भी नहीं, डराउन जोगा है नहीं किसी को, पर डरना नहीं सीखा। मैं एक कुलदीप सिंह ट्रिब्यूनल की गल करना करते ही नहीं, खोलन से कुलदीप सिंह ट्रिब्यूनल तो उसे लिस्ट तैयार कर कि अफसर को आउन तो सी उधर इन्हें आख्या 25000 एकड़ का नजायज कब्जा। ਜਦੋਂ ਤੁਸੀਂ ਪੰਚਾਇਤ ਮੰਤਰੀ ਸੀ, ਮੈਨੂੰ ਯਾਦ ਹੈ ਕਿ ਹੁਣ ਵੀ ਕੋਰਟ ਹਾਈ ਕੋਰਟ ਦੇ ਵਿੱਚ ਹੈ, ਉਹਨੂੰ ਚੈਲੰਜ ਕੀਤਾ ਹੋਇਆ ਹੈ ਕਿ ਇਸ ਨੂੰ ਲਾਗੂ ਕਰੋ, ਰਿਕਮੈਂਡੇਸ਼ਨ ਜਿਹੜੀ ਹੈ ਕੁਲਦੀਪ ਸਿੰਘ ਟ੍ਰਿਬਿਊਨਲ ਦੀਆਂ। ਤੁਸੀਂ ਕਿਉਂ ਨਹੀਂ ਤਰੱਦਦ ਕੀਤਾ ਬਤੌਰ ਪੰਚਾਇਤ ਮੰਤਰੀ ਕਿ ਇਹ ਛਡਾ ਲਈਆਂ ਜਾਣਗੀਆਂ? ਇੱਥੋਂ ਦੇ ਸਰਪੰਚ ਤਾਂ ਬਣੇ ਨੇ ਕੋਈ ਹੋਰ ਭਾਈ ਸਾਹਿਬ, ਪਰ ਸਰਪੰਚ ਹੀ ਕਰਨਗੇ ਜਾਪਦਾ ਦਿੱਲੀ ਵਾਲੇ। ਪਿਛਲੇ ਸਾਲ ਸਾਡਾ ਪੰਜਾਬ ਐਜੂਕੇਸ਼ਨ ਡਿਪਾਰਟਮੈਂਟ ਪਹਿਲੇ ਨੰਬਰ ਤੇ ਆਇਆ ਤੇ ਦਿੱਲੀ ਵਾਲੇ ਜਿਹੜੇ ਸੀ 6ਵੇਂ ਕੇ 4ਵੇਂ। ਹੁਣ ਜਿਹੜਾ ਪਹਿਲੇ ਨੰਬਰ ਵਾਲਾ ਉਹ 6ਵੇਂ ਨੰਬਰ ਵਾਲੇ ਕੋਲ ਸੈਕਸ਼ਨਾਂ ਲੈਣ ਜਾਏਗਾ, ਫਿਰ ਦੱਸੋ ਜੀ ਕੀ ਕਰਨਾ ਵਾ ਕਿ 6ਵੇਂ ਨੰਬਰ ਵਾਲੇ ਨੂੰ ਪਹਿਲੇ ਨੰਬਰ ਕੋ ਪੁੱਛਣਾ ਚਾਹੀਦਾ। ਸਾਰਾ ਪੰਜਾਬੀ ਬਾਹਰ ਦੁਨੀਆ 'ਚ ਬੈਠਾ ਵੇ ਇਹੋ ਅਸੈਸ ਕਰ ਰਿਹਾ ਵੀ ਇੱਕ ਪੰਜਾਬੀ ਨੂੰ ਇੱਕ ਪਗੜੀ ਵਾਲੇ ਨੂੰ ਮਜਬੂਰਨ ਬਣਾਉਣਾ ਪਿਆ ਤੇ ਬਣਾ ਕੇ ਮਨ ਦੀ ਖਾਸ਼ ਹੋਈ ਸੀ ਵੀ ਚਲਾਉਣਾ ਤੇ ਅਸੀਂ ਹੋਈਏ। ਨਵਜੋਤ ਸਿੰਘ ਸਿੱਧੂ ਆਪਣੇ ਤੌਰ ਦੇ ਉੱਤੇ ਜਿਹੜਾ ਪਾਰਟੀ ਨੂੰ ਇੱਕ ਐਸਾ ਇੰਜਨ ਲਈ ਫਿਰਦੇ ਨੇ ਜਿਹਦਾ ਸਟੇਸ਼ਨ ਮਾਸਟਰ ਹੀ ਕੋਈ ਨਹੀਂ। ਡਿਊਰਿੰਗ ਇਲੈਕਸ਼ਨ ਵੀ ਇਹ ਗੱਲ ਬੜੀ ਸਾਹਮਣੇ ਉੱਭਰ ਕੇ ਆਈ ਤੇ ਮੇਰਾ ਖਿਆਲ ਹੈ ਸਾਨੂੰ ਉਹਦਾ ਖਮਿਆਜਾ ਵੀ ਭੁਗਤਣਾ ਪਿਆ। ਜੇਕਰ ਅਗਵਾਈ ਚਰਨਜੀਤ ਸਿੰਘ ਚੰਨੀ ਦੀ ਬਜਾਏ ਨਵਜੋਤ ਸਿੰਘ ਸਿੱਧੂ ਨੂੰ ਮਿਲੀ ਹੁੰਦੀ ਤਾਂ ਸ਼ਾਇਦ ਨਤੀਜੇ ਕੁਝ ਹੋਰ ਹੋਣੇ ਸੀ। ਜਦੋਂ ਚੰਨੀ ਜੀ ਚੀਫ ਮਿਨਿਸਟਰ ਸਨ ਉਦੋਂ ਮੈਜੋਰਿਟੀ 100 ਚੋਂ 80 ਬੰਦੇ ਇਹੋ ਹੀ ਕਹਿ ਰਹੇ ਸੀ ਵੀ ਚੰਨੀ ਜੀ ਨੂੰ ਹੀ ਲੀਡਰ ਡਿਕਲੇਅਰ ਕੀਤਾ ਜਾਏ। ਜੇ ਚੰਗਾ ਹੁੰਦਾ ਜਾਖੜ ਸਾਹਿਬ ਨੂੰ ਦਿੱਲੀ ਸੱਦ ਕੇ ਅੰਦਰ ਖੱਦ ਕੇ ਪੁੱਛ ਲਿਆ ਜਾਂਦਾ ਵੀ ਤੂੰ ਕਿਉਂ ਗੱਲ ਕਰ ਰਿਹਾ ਜਾਂ ਕੀ ਗੱਲ ਹੈ, ਉਹ ਮੱਚ ਬੈਠਣ ਦਾ ਬਜਾਏ ਕਿ ਪਬਲਿਕ ਟ੍ਰਾਇਲ ਕਰਨ ਦਾ ਨੋਟਿਸ ਦੇ ਕੇ ਅਖਬਾਰਾਂ 'ਚ ਘਟਾ ਕੇ। ਮਾਝਾ ਐਕਸਪ੍ਰੈਸ ਦੀ ਲਗਾਤਾਰ ਸਫਲਤਾ, ਲਗਾਤਾਰ ਸਪੀਡ ਮੇਨਟੇਨ ਰੱਖੀ ਹੋਈ ਹੈ ਸ਼ਤਾਬਦੀ ਵਾਂਗੂ ਮਾਝਾ ਐਕਸਪ੍ਰੈਸ ਨੇ ਕਾਂਗਰਸ ਦੇ ਵਿੱਚ, ਕਿਉਂਕਿ ਕਾਂਗਰਸ ਸਾਰੀ ਹਾਰ ਜਾਂਦੀ ਹੈ, ਮਾਝੇ ਵਾਲੇ ਜਿੱਤੇ ਖੜੇ ਹੁੰਦੇ ਨੇ। ਮੈਂ ਤਾਂ ਸੁੱਖ ਸਰਕਾਰੀਆ ਸਾਹਿਬ ਅਸੀਂ ਲੋਕਾਂ 'ਚ ਹੀ ਰਹੇ ਹਾਂ। ਮੇਰਾ ਖਿਆਲ ਹੈ ਜੇ ਮੈਂ ਗਲਤ ਨਹੀਂ ਤੇ ਮੈਨੂੰ ਤਾਂ ਸੁੱਖ ਨੂੰ ਸੋਨੀਆ ਜੀ ਜਾਂ ਰਾਹੁਲ ਗਾਂਧੀ ਜੀ ਸ਼ਾਇਦ ਪਹਿਚਾਣਦੇ ਵੀ ਨਾ ਹੋ। ਸੱਚੀ ਮੇਰਾ ਖਿਆਲ ਹੈ ਅਸੀਂ ਲੋਕਾਂ 'ਚ ਹੀ ਰਹਿਣ ਵਾਲੇ ਬਹੁਤ ਅਫੋਰਡ ਵੀ ਨਹੀਂ ਕਰ ਸਕੇ ਦਿੱਲੀ ਜਾ ਕੇ ਮਿਲਣਾ ਗਿਲਣਾ, ਬਹੁਤੀਆਂ ਖਾਸ਼ਾਂ ਵੀ ਨਹੀਂ ਰੱਖੀਆਂ ਮਗਰ ਮੁੜ ਤੁਰੇ ਫਿਰਨਾ। ਕੈਪਟਨ ਅਮਰਿੰਦਰ ਸਿੰਘ ਦਾ ਜੋ ਸਟਾਈਲ ਆਫ ਵਰਕਿੰਗ ਸੀਗਾ ਉਹ ਪੰਜਾਬ ਕਾਂਗਰਸ ਨੂੰ ਪੰਜਾਬ ਦੇ ਤੌਰ ਪੰਜਾਬ ਦੀ ਖੇਤਰੀ ਪਾਰਟੀ ਦੇ ਤੌਰ ਤੇ ਚਲਾਉਂਦੇ ਸੀਗੇ, ਤਾਂ ਉਹਨਾਂ ਦਾ ਕੱਦ ਏਡਾ ਵੱਡਾ ਹੋ ਗਿਆ ਕਿ ਤੁਸੀਂ ਲਾਇਲਟੀ ਦੇ ਦਿਖਾਉਂਦੇ ਕੈਪਟਨ ਸਾਹਿਬ ਦੀ ਸ਼ੈਡੋ 'ਚ ਹੀ ਰਹਿ ਗਏ। ਸਤਿ ਸ਼੍ਰੀ ਅਕਾਲ ਜੀ, ਸਕਾਈ ਨਿਊਜ਼ ਪੰਜਾਬ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਮੈਂ ਤੁਹਾਡਾ ਹੋਸਟ ਨੀਲ ਭਲਿੰਦਰ ਸਿੰਘ। ਪੰਜਾਬ ਵਿੱਚ ਜਿਉਂ ਹੀ ਨਵੀਂ ਸਰਕਾਰ ਆਮ ਆਦਮੀ ਪਾਰਟੀ ਦੀ ਆਈ ਹੈ ਉਦੋਂ ਤੋਂ ਹੀ ਸਰਕਾਰ ਨੇ ਲਗਾਤਾਰ ਪਿਛਲੀਆਂ ਸਰਕਾਰਾਂ ਦੌਰਾਨ ਹੋਏ ਕੰਮਾਂ ਦੀਆਂ ਜਾਂਚਾਂ ਖੁਲਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ। ਇਸੇ ਕੜੀ ਦੇ ਤਹਿਤ ਪੰਜਾਬ ਵਿਚਲੀਆਂ ਪੰਚਾਇਤੀ ਜ਼ਮੀਨਾਂ, ਸ਼ਾਮਲਾ ਜ਼ਮੀਨਾਂ, ਉਹਨਾਂ ਦੇ ਉੱਤੇ ਕਬਜ਼ਿਆਂ ਦੀ ਕਿ ਕਾਬਜ਼ਕਾਰ ਕੌਣ ਹੈ ਹੁਣ, ਤੇ ਉਸ ਦੀ ਜਾਂਚ ਵੀ ਜਿਹੜੇ ਪੰਜਾਬ ਦੇ ਨਵੇਂ ਪੰਚਾਇਤ ਮੰਤਰੀ ਨੇ ਕੁਲਦੀਪ ਸਿੰਘ ਧਾਲੀਵਾਲ ਉਹਨਾਂ ਨੇ ਇਹਦੇ ਆਦੇਸ਼ ਦਿੱਤੇ ਨੇ। ਪਰ ਸਭ ਤੋਂ ਇੱਕ ਅਹਿਮ ਜਿਹੜਾ ਉਹਨਾਂ ਨੇ ਇੱਕ ਨਵਾਂ ਖੁਲਾਸਾ ਕੀਤਾ ਹੈ ਜਾਂ ਦੋਸ਼ ਲਾਇਆ ਹੈ ਪਿਛਲੀਆਂ ਸਰਕਾਰਾਂ ਦੇ ਉੱਤੇ, ਖਾਸ ਕਰ ਪਿਛਲੀ ਸਰਕਾਰ ਦੇ ਪੰਚਾਇਤ ਮੰਤਰੀ ਦੇ ਹਵਾਲੇ ਨਾਲ, ਇਸ਼ਾਰੇ ਨਾਲ, ਕਿ ਪਠਾਨਕੋਟ ਖੇਤਰ ਦੇ ਵਿੱਚ 27000 ਏਕੜ ਦੇ ਕਰੀਬ ਪੰਚਾਇਤੀ ਜ਼ਮੀਨ ਦੇ ਉੱਤੇ ਜਿਹੜਾ ਹੈਗਾ ਗੈਰ ਕਾਨੂੰਨੀ ਮਾਈਨਿੰਗ ਹੋਈ ਹੈ, ਕਬਜ਼ੇ ਹੋਏ ਨੇ ਜਾਂ ਉਸ ਦੀ ਕਿਸਮ ਜਿਹੜੀ ਹੈ ਉਹ ਬਦਲੀ ਗਈ ਹੈ। ਇਹ ਬਹੁਤ ਵੱਡਾ ਖੁਲਾਸਾ ਹੈ। ਇਸ ਤੋਂ ਇਲਾਵਾ ਗੱਲਾਂ ਚੱਲਦੀਆਂ ਨੇ ਕਿ ਪੰਜਾਬ ਦੇ ਸਮੁੱਚੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਬੜੇ ਹੀ ਰਸੂਖਵਾਨ ਲੋਕਾਂ ਦੇ ਅਰਬਾਂ ਰੁਪਈਆਂ ਦੀ ਪੰਚਾਇਤੀ ਜ਼ਮੀਨ ਦੇ ਉੱਤੇ ਕਬਜ਼ੇ ਨੇ। ਜੇਕਰ ਇਹੀ ਜਿਹੜੀ ਹੈ ਜ਼ਮੀਨਾਂ ਛੁਡਾ ਲਈਆਂ ਜਾਣ ਤਾਂ ਕਾਫੀ ਸਾਰਾ ਜਿਹੜਾ ਹੈਗਾ ਖਜ਼ਾਨਾ ਭਰ ਸਕਦਾ ਹੈ, ਕਾਫੀ ਜ਼ਿਆਦਾ ਜਿਹੜਾ ਪੰਜਾਬ ਦੀ ਜਿਹੜੀ ਪੰਚਾਇਤੀ ਜ਼ਮੀਨਾਂ ਦੀ ਜਿਹੜੀ ਹੈਗੀ ਹੋਣੀ ਹੈ ਉਹ ਬਦਲ ਸਕਦੀ ਹੈ। ਇਹਨਾਂ ਸਾਰੀਆਂ ਗੱਲਾਂ ਦਾ ਸਿੱਧਾ ਜਵਾਬ ਦੇਣ ਲਈ, ਖਾਸ ਕਰ ਮੌਜੂਦਾ ਪੰਚਾਇਤ ਮੰਤਰੀ ਦੇ ਇਹਨਾਂ ਸਵਾਲਾਂ, ਇਹਨਾਂ ਦੋਸ਼ਾਂ ਦਾ ਜਵਾਬ ਦੇਣ ਲਈ
ਕੁਝ ਮਹੀਨੇ ਪਹਿਲਾਂ ਤੱਕ ਹੀ ਪੰਚਾਇਤ ਮੰਤਰੀ ਰਹੇ, ਪਿਛਲੀ ਸਰਕਾਰ ਦੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਨਾਲ ਅਸੀਂ ਬਣੇ ਹੋਏ ਹਾਂ। ਬਾਜਵਾ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾ ਖੁਲਾਸਾ ਤਾਂ ਤੁਹਾਡੇ ਮਾਝਾ ਖੇਤਰ 'ਚ ਹੀ ਆਉਂਦਾ ਤੇ ਮਾਝਾ ਖੇਤਰ ਦੇ ਵਿੱਚ ਹੀ ਉਹਨਾਂ ਨੇ ਦੋਸ਼ ਲਾ ਦਿੱਤਾ ਕਿ ਪਠਾਨਕੋਟ ਦੇ ਵਿੱਚ ਹੀ 27,000 ਏਕੜ ਦੇ ਕਰੀਬ ਜ਼ਮੀਨ ਨੱਪੀ ਗਈ ਹੈ। ਦੇਖੋ, ਜਿਹੜੇ ਸਾਡੇ ਮਾਝੇ ਦੇ ਮੰਤਰੀ ਨੇ ਜਿਹੜੇ ਹੁਣ ਬਣੇ ਨੇ, ਤੇ ਕੁਝ ਸਾਡੀ ਮਾਝੇ ਦੀ ਸਿਆਸਤ ਵੀ ਇਹਦੇ 'ਚ ਕੁਝ ਕੰਮ ਕਰ ਰਹੀ ਹੈ ਜੀ। ਬਾਕੀ ਜੇ ਤੁਸੀਂ ਧਿਆਨ ਨਾਲ ਉਹਨਾਂ ਦੇ ਐਲੀਗੇਸ਼ਨ ਸੁਣੋ ਜੀ ਤਾਂ ਜਨਰਲ ਟਾਈਪ ਦੇ ਐਲੀਗੇਸ਼ਨ ਲਾ ਰਹੇ ਨੇ। ਉਹਨਾਂ ਦਾ ਇਨਕੁਆਇਰੀ ਕਰਾਉਣਾ ਉਹਨਾਂ ਦਾ ਹੱਕ ਹੈ, ਉਹਨਾਂ ਦੇ ਰਾਈਟ ਹੈ, ਜ਼ਰੂਰ ਕਰਾਉਣ। ਮੈਂ ਕਿਸੇ ਵੀ ਇਨਕੁਆਇਰੀ ਨਹੀਂ ਮੈਂ ਓਪਨ ਆ। ਹਾਈ ਕੋਰਟ ਦਾ ਸਿਟਿੰਗ ਜੱਜ ਇਨਕੁਆਇਰੀ ਕਰ ਲੇ, ਹਾਈ ਕੋਰਟ ਦਾ ਰਿਟਾਇਰਡ ਜੱਜ ਇਨਕੁਆਇਰੀ ਕਰ ਲੇ, ਮੈਂ ਤਿਆਰ ਹਾਂ। ਪਰ ਮੈਂ ਉਸ ਭਾਈ ਸਾਹਿਬ ਨੂੰ, ਧਾਲੀਵਾਲ ਸਾਹਿਬ ਨੂੰ ਬੇਨਤੀ ਕਰਾਂਗਾ, ਧਾਲੀਵਾਲ ਸਾਹਿਬ ਕੋਈ ਐਲੀਗੇਸ਼ਨ ਸਪੈਸੀਫਿਕ ਲਾਓ। ਕਿਹੜਾ ਕਿੱਲਾ, ਕਿਹੜੇ ਪਿੰਡ, ਕਿੱਥੇ ਮੈਂ ਮਾਈਨਿੰਗ ਕਰਾਤੀ, ਕਿਹੜੀ ਪੈਲੀ ਮੈਂ ਕਿਹਨੂੰ ਦੇ ਦਿੱਤੀ। ਜਨਰਲ 25,000 ਏਕੜ ਹੀ ਮੈਂ ਲੈ ਗਿਆ, 25,000 ਏਕੜ ਹੀ ਮੈਂ ਪੁੱਟ ਗਿਆ। ਸੋ ਇਸ ਤਰ੍ਹਾਂ ਦੀ ਨਾ ਗੱਲਾਂ ਕਰੋ, ਥੋੜ੍ਹੇ ਪੜ੍ਹਿਆ ਲਿਖਿਆ ਵਾਲੀ ਗੱਲਾਂ ਕਰੋ ਅਤੇ ਜੋ ਮਰਜ਼ੀ ਇਨਕੁਆਇਰੀ ਕਰਾਓ, ਤੁਹਾਡਾ ਹੱਕ ਹੈ। ਸਿਰੇ ਮੱਥੇ ਤੁਹਾਡੀ ਇਨਕੁਆਇਰੀ ਫੇਸ ਕਰਾਂਗਾ। ਤੁਸੀਂ ਦੋ ਗੱਲਾਂ ਮੋਟੇ ਤੌਰ ਦੇ ਉੱਤੇ ਕਹੀਆਂ ਨੇ ਕਿ ਇਹਦੇ ਪਿੱਛੇ ਤੁਹਾਡੀ ਮਾਝੇ ਦੀ ਜਿਹੜੀ ਸਿਆਸਤ ਹੈ ਉਹ ਸ਼ਾਇਦ ਕੰਮ ਕਰਦੀ ਹੈ। ਦੂਜੀ ਗੱਲ ਕਹੀ ਹੈ ਕਿ ਬੜੇ ਸਧਾਰਨ ਜਿਹੇ ਇਲਜ਼ਾਮ ਲਾ ਰਹੇ ਨੇ, ਮੋਟੇ ਜਿਹੇ, ਜਿਵੇਂ ਕਹਿ ਦੇਣਾ ਕਿ ਪਿਛਲੇ ਚੋਰ ਸੀ। ਉਹੀ ਮੈਂ ਸਾਰੇ ਪਿਛਲੇ ਵਿੱਚ ਅਕਾਲੀ ਵੀ ਕਹਿ ਦਿੱਤਾ, ਸਾਨੂੰ ਵੀ ਕਹਿ ਦਿੱਤਾ ਜੀ। ਸੋ ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਉਹ ਕਿਸੇ ਸਪੈਸੀਫਿਕ ਗੱਲ 'ਤੇ ਆਉਣ ਅਤੇ ਇਨਕੁਆਇਰੀ ਜਿਹੜੀ ਮਰਜ਼ੀ ਕਰਾਉਣ। ਆਪਾਂ ਨੂੰ ਕੋਈ ਮਨ 'ਤੇ ਬੋਝ ਨਹੀਂ ਜੀ, ਉਹਨਾਂ ਦਾ ਹੱਕ ਹੈ। ਮੈਂ ਉਹ ਇਨਕੁਆਇਰੀਆਂ ਫੇਸ ਕਰਨ ਨੂੰ ਤਿਆਰ ਹਾਂ। ਪਰ ਇੱਕ ਵੱਡੇ ਤੌਰ ਦੇ ਉੱਤੇ ਜੋ ਇੱਕ ਜਿਸ ਤਰ੍ਹਾਂ ਇਸ ਚੀਜ਼ ਨੂੰ ਪੇਸ਼ ਕੀਤਾ ਗਿਆ ਪੰਚਾਇਤੀ ਜ਼ਮੀਨਾਂ ਦੇ ਮਾਮਲੇ ਨੂੰ, ਜਿਵੇਂ ਮਾਈਨਿੰਗ ਹੈ, ਮਾਈਨਿੰਗ ਸਮਝ ਆਉਂਦੀ ਹੈ ਕਿ ਮਾਈਨਿੰਗ ਗੈਰ ਕਾਨੂੰਨੀ ਹੁੰਦੀ ਰਹੀ ਹੈ। ਸ਼ਰਾਬ ਦੀ ਗੱਲ ਕਰ ਲਓ, ਗੈਰ ਕਾਨੂੰਨੀ ਸ਼ਰਾਬ ਜਿਹੜੀ ਹੈ ਵਿਕਦੀ ਹੈ, ਆਪਾਂ ਨੂੰ ਸਮਝ ਆਉਂਦਾ ਹੈ। ਕੇਬਲ ਮਾਫੀਆ ਸਾਨੂੰ ਸਮਝ ਆਉਂਦਾ ਹੈ ਕਿ ਇੱਕ ਅਧਿਕਾਰ ਕਰ ਲਿਆ ਤਾਂ ਕੇਬਲ ਮਾਫੀਆ ਹੋ ਗਿਆ, ਮਤਲਬ ਉਹ ਸਮਝ ਆਉਂਦੀਆਂ ਚੀਜ਼ਾਂ ਨੇ। ਜਿਹੜੀ ਇਹ ਗੱਲ ਕਹੀ ਗਈ ਹੈ ਕਿ ਪੂਰੇ ਪੰਜਾਬ ਦੇ ਵਿੱਚ ਹਜ਼ਾਰਾਂ ਏਕੜ ਦੇ ਉੱਤੇ ਕਬਜ਼ੇ ਨੇ, ਹਾਲਾਂਕਿ ਮੈਂ ਉਹੀ ਕਹਿਣਾ ਚਾਹੁੰਦਾ ਵੀ ਤੁਸੀਂ ਗੱਲ ਜਨਰਲਾਈਜ਼ ਕਰ ਰਹੇ ਹੋ ਜੀ। ਪੰਜਾਬ ਦੇ ਕਿਹੜੇ ਕਿਹੜੇ ਜ਼ਿਲ੍ਹੇ 'ਚ ਜ਼ਮੀਨ ਹੈ, ਉਹਨਾਂ ਜ਼ਮੀਨਾਂ ਦਾ ਵੈਰੀਫਾਈ ਕਰੋ। ਪੰਜਾਬ ਦੇ ਕਿਹੜੇ ਕਿਹੜੇ ਰਸੂਖਦਾਰ ਜੱਟ ਤੋਂ ਜਾਂ ਸਿਆਸਤਦਾਨ ਕੋ ਜਾਂ ਕਿਸੇ ਅਫਸਰ ਕੋ ਜ਼ਮੀਨ, ਉਹਨਾਂ ਦਾ ਨਾਂ ਲਵੋ। ਐਲੀਗੇਸ਼ਨ ਵੀ ਲਾਈ ਜਾਂਦੇ, ਡਰੀ ਵੀ ਜਾਂਦੇ ਹੋ। ਸੋ ਥੋੜ੍ਹਾ ਜਿਹਾ ਓਪਨ ਹੋਵੋ। ਜੇ ਮੇਰੇ ਥੱਲੇ ਕੋਈ ਪੰਚਾਇਤ ਦੀ ਜ਼ਮੀਨ ਹੈ, ਸਿੱਧਾ ਕਹੋ। ਜੇ ਕਿਸੇ ਹੋਰ ਕੁਲਦੀਪ ਸਿੰਘ ਧਾਲੀਵਾਲ ਹੋਣੀ, ਯਾਨੀ ਕਿ ਉਹ ਜਾਣਦੇ ਨਹੀਂ ਵੀ ਕਿ ਪੰਗਾ ਮਝੈਲ ਨਾਲ ਪੈਣ ਲੱਗਾ। ਨਹੀਂ, ਮੈਂ ਪੰਗੇ ਵਾਲਾ ਨਹੀਂ, ਮੈਂ ਤਾਂ ਬਹੁਤ ਗਰੀਬ ਇਨਸਾਨ ਹਾਂ। ਨਾ ਮੈਂ ਤਾਂ ਗਰੀਬ ਇਨਸਾਨ ਹਾਂ। ਉਹ ਤਾਂ ਬਹੁਤ ਤਗੜਾ ਆਦਮੀ ਹੈ, ਮੈਂ ਬਹੁਤ ਗਰੀਬ ਇਨਸਾਨ। ਬਿਲਕੁਲ ਨਹੀਂ, ਤਗੜੇ ਨੇ ਜੀ। ਮੈਂ ਬਹੁਤ ਪੁਰਾਣਾ ਜਾਣਦਾ ਉਹਨਾਂ ਨੂੰ। ਅੱਛਾ ਜੀ, ਬਹੁਤ ਪੁਰਾਣਾ ਜਾਣਦਾ, ਤਗੜੇ ਨੇ। ਸਿਆਸੀ ਪਰਿਵਾਰ ਚੋਂ ਨੇ ਜੀ? ਬਸ ਚਲੋ ਇਸ ਗੱਲ 'ਤੇ ਮੈਂ ਨਹੀਂ ਪੈਣਾ ਚਾਹੁੰਦਾ, ਪਰ ਬਹੁਤ ਤਗੜੇ ਨੇ ਅਤੇ ਪਰਮਾਤਮਾ ਉਹਨਾਂ ਨੂੰ ਹੋਰ ਤਾਕਤ ਬਖਸ਼ੇ। ਕੋਈ ਇਤਰਾਜ਼ ਨਹੀਂ, ਕਾਮਯਾਬ ਹੋਣ, ਜ਼ਿੰਦਗੀ 'ਚ ਵਧਣ ਫੁੱਲਣ। ਪਰ ਮੈਂ ਕਿਸੇ ਕੋਲ ਡਰਨ ਵਾਲਾ ਵੀ ਨਹੀਂ, ਡਰ ਕੇ ਭੱਜਣ ਵਾਲਾ ਵੀ ਨਹੀਂ। ਡਰਾਉਣ ਜੋਗਾ ਹੈ ਨਹੀਂ ਕਿਸੇ ਕੋ, ਪਰ ਡਰਨਾ ਨਹੀਂ ਸਿੱਖਿਆ। ਚੈਲੰਜ ਐਕਸੈਪਟ ਕਰਨਾ। ਇਨਕੁਆਇਰੀ ਜਿਹੜੀ ਕਰਾਉਣੀ ਹੈ, ਸਿਰ ਮੱਥੇ ਕਰਾਉਣ। ਮੈਂ ਫਿਰ ਕਹਿੰਦਾ, ਮੈਂ ਸਿਟਿੰਗ ਹਾਈ ਕੋਰਟ ਦੇ ਜੱਜ ਕੋਈ ਇਨਕੁਆਇਰੀ ਕਰਾਉਣ ਨੂੰ ਤਿਆਰ ਹਾਂ, ਮੈਂ ਰਿਟਾਇਰਡ ਜੱਜ ਕੋਈ ਕਰਾਉਣ ਨੂੰ ਤਿਆਰ ਹਾਂ। ਪਰ ਐਲੀਗੇਸ਼ਨ ਸਪੈਸੀਫਿਕ ਲਾਓ। ਕਿਹੜੇ ਜ਼ਿਲ੍ਹੇ 'ਚ ਕਿਹੜੇ ਬੰਦੇ, ਕਿਹੜੇ ਲੀਡਰ ਨੇ ਕਬਜ਼ਾ ਕੀਤਾ, ਜਰਾ ਓਪਨ ਹੋਵੋ। ਜਨਰਲ ਐਲੀਗੇਸ਼ਨ ਨਾ ਲਾਈ। ਜੋ ਮੇਰੀ ਬੇਨਤੀ ਹੈ ਚੰਗੇ ਇਨਸਾਨ ਕੋਲ, ਉਹ ਇਸ ਤਰ੍ਹਾਂ ਦੀ ਗੱਲ। ਪਰ ਜੇਕਰ ਆਪਾਂ ਜਨਰਲੀ ਗੱਲ ਕਰੀਏ ਤਾਂ ਇਹ ਆਪਾਂ ਨੂੰ ਵੀ ਪਤਾ ਹੈ ਕਿ 2013 ਦੇ ਵਿੱਚ ਕੁਲਦੀਪ ਸਿੰਘ ਟ੍ਰਿਬਿਊਨਲ ਆ ਗਈ ਸੀ। ਕੁਲਦੀਪ ਸਿੰਘ ਟ੍ਰਿਬਿਊਨਲ ਦੀ ਗੱਲ ਕਰਦੇ ਹੀ ਨਹੀਂ। ਖੋਲ੍ਹਣ ਸੀ ਕੁਲਦੀਪ ਸਿੰਘ ਟ੍ਰਿਬਿਊਨਲ ਜੀ, ਉੱਥੇ ਲਿਸਟ 'ਤੇ ਤਿਆਰ ਕਰਨ ਕਿਹੜੇ ਅਫਸਰ ਕੋਲ ਆ। ਆਉਣ ਤਾਂ ਸੀ ਉੱਧਰ। ਇਹਨਾਂ ਆਖਿਆ 25,000 ਏਕੜ ਦਾ ਨਜਾਇਜ਼ ਕਬਜ਼ਾ। ਕੁਲਿੰਦਰ ਜੀ 5 ਸਾਲਾਂ 'ਚ ਇਹ ਮੈਨੂੰ 5 ਸਾਲਾਂ ਨੂੰ ਪੁੱਛਿਓ ਜ਼ਰੂਰ ਜਾ ਕੇ ਵੀ ਸਰਦਾਰ ਜੀ ਧਾਲੀਵਾਲ ਸਾਹਿਬ ਕਿੰਨੇ ਪੈਲੀ ਛਡਾਈ ਹੋ। ਕਹਿੰਦੇ ਨਾ ਪੈਲੀ ਛਡਾ ਕੇ ਦੱਸਾਂਗਾ ਜੀ। ਉਹ 25,000 ਏਕੜ 'ਚੋਂ ਮੈਂ ਦੇਖਾਂਗਾ 5 ਸਾਲਾਂ ਨੂੰ, ਜੇ ਰੱਬ ਨੇ ਜਿਉਂਦਿਆਂ ਰੱਖਿਆ ਜੀ, ਜੇ ਵਸਦੇ ਰਹੇ ਜੀ, ਤੁਸੀਂ ਵੀ ਵਸਦੇ ਰਹੇ। ਇਹ ਕਾਲਪੁਰਖ ਦੀ ਖੇਡ ਆ, ਵੀ ਕੱਲ੍ਹ ਵੀ ਆਉਣਾ ਕਿ ਨਹੀਂ ਚੜ੍ਹਨਾ ਜੀ। ਪਰ ਫਿਰ ਉਦੋਂ ਪੁੱਛਾਂਗੇ ਭਾਈ ਸਾਹਿਬ 5 ਸਾਲਾਂ 'ਚ ਆਪਣੀ ਪ੍ਰੋਗਰੈਸ ਦੱਸ ਦਿਓ ਵੀ ਕਿੰਨੀ ਪੈਲੀ ਛਡਾਈ।
ਤੁਹਾਨੂੰ ਲੱਗਦਾ ਕਿ ਪੈਲੀ ਛਡਾਣੀ ਬਹੁਤ ਔਖੀ ਹੈ ਜੱਟਾਂ ਕੋਲ? ਨਹੀਂ ਭਾਜੀ, ਇੱਕ ਜਨਰਲ ਗੱਲ ਕਰ ਦੇਣੀ, ਜੇ ਤੇ ਤੁਹਾਡੇ ਥੱਲੇ ਹੋਏ ਜਾਂ ਮੇਰੇ ਥੱਲੇ ਹੋਏ ਤੇ ਛਡਾ ਦੇਣੀ, ਗੱਲ ਵੱਖਰੀ ਆ। ਕਹਿੰਦੇ ਨੇ ਪਹਿਲਾਂ ਫਾਰੈਸਟ ਡਿਪਾਰਟਮੈਂਟ ਨੂੰ ਦੇ ਦਿੱਤੀ। ਹਾਂ, ਜਿਹੜੀ ਪਠਾਨਕੋਟ ਵਾਲਾ ਇਲਜ਼ਾਮ, ਫਾਰੈਸਟ ਡਿਪਾਰਟਮੈਂਟ ਤੇ ਫਾਰੈਸਟ ਡਿਪਾਰਟਮੈਂਟ ਬਾਈਨਿੰਗ ਹੋ ਗਈ ਜੀ। ਸੋ ਹੁਣ ਫਾਰੈਸਟ ਡਿਪਾਰਟਮੈਂਟ ਕੋਲ ਛਡਾਉਣੀ ਹੈ ਕਿ ਮੇਰੇ ਕੋਲੋਂ ਛਡਾਉਣੀ ਹੈ ਕਿ ABC ਕਿਸੇ ਹੋਰ ਕੋਲ ਛਡਾਉਣੀ ਆ? ਮੈਂ ਤਾਂ ਹੀ ਕਹਿ ਰਿਹਾ ਭਾਈ ਸਾਹਿਬ, ਥੋੜ੍ਹਾ ਜਿਹਾ ਸਪੈਸੀਫਿਕ ਹੋਵੋ, ਗੱਲ ਨੂੰ ਪਹਿਲਾਂ ਸਮਝੋ, ਫਿਰ ਕਿਸੇ 'ਤੇ ਐਲੀਗੇਸ਼ਨ ਲਾਓ। ਆਪਾਂ ਕੁਲਦੀਪ ਸਿੰਘ ਟ੍ਰਿਬਿਊਨਲ ਦੀ ਗੱਲ ਕੀਤੀ ਹੈ। ਮੈਂ ਦਰਸ਼ਕਾਂ ਨੂੰ ਥੋੜ੍ਹਾ ਜਿਹਾ ਦੱਸ ਦੇਣਾ ਚਾਹੁੰਦਾ ਕਿ ਜਸਟਿਸ ਕੁਲਦੀਪ ਸਿੰਘ ਜਿਹੜੇ ਕਿ ਹਾਈ ਕੋਰਟ ਦੇ ਨਾਮਵਰ ਜੱਜ ਰਹੇ ਨੇ, ਉਹਨਾਂ ਦੀ ਅਗਵਾਈ 'ਚ ਜਿਹੜਾ ਇੱਕ ਟ੍ਰਿਬਿਊਨਲ ਬਣਾਇਆ ਗਿਆ ਸੀ, ਜਿਹੜੀ 2013 ਦੇ ਵਿੱਚ ਉਹਨਾਂ ਨੇ ਲਗਾਤਾਰ ਆਪਣੀਆਂ 2 ਰਿਪੋਰਟਾਂ ਸਬਮਿਟ ਕੀਤੀਆਂ ਤੇ ਉਹਨਾਂ ਦੇ ਵਿੱਚ ਇਹ ਆਇਆ ਸੀ ਕਿ ਖਾਸ ਕਰ ਮੋਹਾਲੀ ਜ਼ਿਲ੍ਹੇ 'ਚ, ਰੋਪੜ ਜ਼ਿਲ੍ਹੇ 'ਚ, ਪਟਿਆਲੇ ਜ਼ਿਲ੍ਹੇ 'ਚ ਬਹੁਤ ਸਾਰੀਆਂ ਜਿਹੜੀਆਂ ਰਸੂਖਵਾਨਾਂ ਨੇ ਪੰਚਾਇਤੀ ਜ਼ਮੀਨਾਂ ਦੀਆਂ ਕਿਸਮਾਂ ਤਬਦੀਲ ਕਰਕੇ ਕਬਜ਼ੇ ਕੀਤੇ ਹੋਏ ਨੇ। ਕਿ ਜਦੋਂ ਤੁਸੀਂ ਪੰਚਾਇਤ ਮੰਤਰੀ ਸੀ, ਮੈਨੂੰ ਯਾਦ ਹੈ ਕਿ ਹੁਣ ਵੀ ਕੋਰਟ ਹਾਈ ਕੋਰਟ ਦੇ ਵਿੱਚ ਹੈ, ਉਹਨੂੰ ਚੈਲੰਜ ਕੀਤਾ ਹੋਇਆ ਹੈ ਕਿ ਇਸ ਨੂੰ ਲਾਗੂ ਕਰੋ, ਰਿਕਮੈਂਡੇਸ਼ਨ ਜਿਹੜੀਆਂ ਕੁਲਦੀਪ ਸਿੰਘ ਟ੍ਰਿਬਿਊਨਲ ਦੀਆਂ, ਤੁਸੀਂ ਕਿਉਂ ਨਹੀਂ ਤਰਦਦ ਕੀਤਾ ਬਤੌਰ ਪੰਚਾਇਤ ਮੰਤਰੀ ਕਿ ਇਹ ਛਡਾ ਲਈਆਂ ਜਾਣ ਜ਼ਮੀਨਾਂ? ਦੇਖੋ, ਜਿਹੜੀ ਉਹ ਜ਼ਮੀਨ ਹੈਗੀ ਆ, ਇਹ ਜ਼ਮੀਨ ਦੀ ਜੀ ਮੈਂ ਗੱਲ ਨਹੀਂ ਕਰ ਰਿਹਾ, ਜਿਹੜੀ ਗੱਲ ਭਾਵੇਂ ਧਾਲੀਵਾਲ ਸਾਹਿਬ ਵੀ ਕਰ ਰਹੇ ਨਹੀਂ, ਜਿਹੜੀ ਕੁਲਦੀਪ ਸਿੰਘ ਜਸਟਿਸ ਜਿਹੜੀ ਗੱਲ ਕਰ ਰਹੇ ਬਤੌਰ ਪੰਚਾਇਤ, ਨਹੀਂ, ਜਿਹੜੀ ਕੁਲਦੀਪ ਸਿੰਘ ਜਸਟਿਸ ਦੀ ਜਿਹੜੀ ਗੱਲ ਕਰ ਰਹੇ ਹੋ, ਜੀ, ਉਹ ਜ਼ਮੀਨਾਂ ਹਜੇ ਇਹ ਨਹੀਂ ਪਤਾ ਲੱਗ ਸਕਿਆ ਵੀ ਉਹ ਕਿਸੇ ਪੰਚਾਇਤ ਦੀਆਂ ਸਨ ਜੀ, ਆਇਡੈਂਟੀਫਾਈ ਨਹੀਂ ਹੋਈ, ਜਾਂ ਮੁਸ਼ਤਰਕਾ ਖਾਤਾ ਸੀ ਜੀ। ਉਸ ਕੁਲਦੀਪ ਸਿੰਘ ਰਿਪੋਰਟ 'ਚ ਬੜਾ ਕੁਝ ਹੋਰ ਤਰ੍ਹਾਂ ਦਾ ਜੀ, ਮੇਰਾ ਖਿਆਲ ਪੰਚਾਇਤਾਂ ਦੀਆਂ ਜ਼ਮੀਨਾਂ ਉਸ ਕੁਲਦੀਪ ਸਿੰਘ ਰਿਪੋਰਟ 'ਚ ਨਹੀਂ ਸਨ ਜੀ, ਜੋ ਮੈਂ ਪੜ੍ਹੀ ਨਹੀਂ ਜੀ, ਨਾ ਸਾਡੇ ਕੋਲ, ਕਿਉਂਕਿ ਹਾਈ ਕੋਰਟ 'ਚ ਕਚਹਿਰੀਆਂ 'ਚ ਮੁਕੱਦਮਾ ਉਹ ਸਾਰਾ ਕੇਸ ਚੱਲਣ ਡਿਆ ਵਾ ਜੀ, ਤੇ ਉਦੋਂ ਇਹ ਗੱਲ ਨਹੀਂ। ਪਰ ਮੇਰੀ ਜੋ ਸੋਚ ਆ ਵੀ ਉਹ ਪੰਚਾਇਤੀ ਜ਼ਮੀਨਾਂ ਨਹੀਂ ਸਨ, ਲੋਕਾਂ ਦੀ ਮੁਸ਼ਤਰਕਾ ਮਾਲਕਾਂ ਸਨ, ਲੋਕਾਂ ਦੀ ਜਿਹੜੀ ਬਚਤ ਸੀ ਉਹ ਸੀ। ਪਰ ਇਹ ਚਲੋ ਜੇ ਸਾਥੋਂ ਨਹੀਂ ਹੋਈ, ਸਾਡੀਆਂ ਗਲਤੀਆਂ ਕਰਕੇ ਹੀ ਕੁਲਦੀਪ ਸਿੰਘ ਜੀ ਅੱਜ ਵਜ਼ੀਰ ਨੇ, ਜੀ, ਹਾਂਜੀ ਚੰਗੀ ਗੱਲ ਹੈ, ਜੀ, ਤੋ ਸਾਡੀਆਂ ਗਲਤੀਆਂ ਨੂੰ ਠੀਕ ਕਰਕੇ ਵਿਖਾ ਲਓ, ਕੁਲਦੀਪ ਸਿੰਘ ਦੀ ਰਿਪੋਰਟ ਲਾਗੂ ਕਰਕੇ ਵਿਖਾ ਲਓ, ਬਹੁਤ ਵਧੀਆ ਗੱਲ ਹੋਊਗੀ। ਸੋ ਜ਼ਰੂਰ ਕਰੋ ਜੀ। ਆਪਾਂ ਅਗਲੇ ਚੈਪਟਰ ਤੇ ਆਉਂਦੇ ਹਾਂ ਜੀ। ਜੋ ਮੌਜੂਦਾ ਇਹ ਸਰਕਾਰ ਹੈ, ਜਿਸ ਤਰ੍ਹਾਂ ਇਹ ਸਰਕਾਰ ਨੇ 1.25 ਮਹੀਨਾ ਕੱਢਿਆ ਹੈ, ਉਸ ਨੂੰ ਤੁਸੀਂ ਕਿਸ ਤਰ੍ਹਾਂ ਇਹਦੀ ਸਮੀਖਿਆ ਕਰਦੇ ਹੋ? ਪੋਲੀਟੀਸ਼ੀਅਨ ਹਜੇ ਸਮੀਖਿਆ ਕਰਨ ਦੀ ਲੋੜ ਨਹੀਂ ਹੈ ਮੇਰੇ ਖਿਆਲ 'ਚ, ਇਟਸ ਟੂ ਅਰਲੀ ਜੀ। ਇਹ ਕਿਸੇ ਬਾਰੇ ਕ੍ਰਿਟਿਸਾਈਜ਼ ਕਰਨਾ ਬਹੁਤ ਸੌਖਾ ਜੀ, ਪਰ ਹਜੇ ਬਹੁਤ ਅਰਲੀ ਆ ਕਿਸੇ ਨੂੰ ਪਲੱਸ ਮਾਈਨਸ ਕਰਨਾ। ਮੇਰਾ ਖਿਆਲ ਰੀਜ਼ਨੇਬਲ ਟਾਈਮ ਹਜੇ ਉਹਨਾਂ ਨੂੰ ਦੇਣਾ ਚਾਹੀਦਾ। ਮੇਰੀ ਸੋਚ ਮੁਤਾਬਕ 6 ਮਹੀਨਿਆਂ ਪਿੱਛੋਂ ਫਿਰ ਸਮੀਖਿਆ ਕਰਾਂਗੇ, ਉਹਨਾਂ ਦਾ ਜਿਹੜਾ ਬਜਟ ਆ ਰਿਹਾ ਉਹਦੇ ਬਾਅਦ ਫਿਰ ਇਹ ਗੱਲਾਂ ਕਰਾਂਗੇ। ਹਾਲਾਂਕਿ ਕਈ ਫੈਸਲੇ ਨਵੀਂ ਸਰਕਾਰ ਦੇ ਜਿਹੜੇ ਚਰਚਾ 'ਚ ਰਹੇ ਨੇ, ਵਿਵਾਦਾਂ 'ਚ ਵੀ ਰਹੇ ਨੇ, ਪਰ ਇੱਕ ਮੋਟੇ ਤੌਰ ਦੇ ਉੱਤੇ ਜਿਸ ਫੈਸਲੇ ਨੂੰ ਹੁਣ ਸਰਕਾਰ ਤਾਂ ਕਹਿ ਰਹੀ ਹੈ ਕਿ ਸਧਾਰਨ ਫੈਸਲਾ ਹੈ, MOU ਜਿਹੜਾ ਸਾਈਨ ਹੋਇਆ ਦਿੱਲੀ ਸਰਕਾਰ ਦੇ ਨਾਲ। ਦੇਖੋ, ਇੱਕ ਮੈਂ ਸਾਦੇ ਜਿਹੇ ਲਫ਼ਜ਼ਾਂ 'ਚ ਗੱਲ ਕਰਨਾ ਜੀ, ਵੀ ਇਹ ਉਹੀ ਹੈ ਜਿਵੇਂ ਸਾਡੇ ਪੰਚਾਇਤਾਂ 'ਚ ਸਰਪੰਚ ਤੇ ਬਣਦੀ ਬੀਬੀ ਇੱਕ ਲੇਡੀ ਤੇ ਸਰਪੰਚੀ ਕਰਦਾ ਦਾ ਘਰ ਵਾਲਾ। ਜੀ, ਸਾਡੀ ਪੰਜਾਬ ਸਰਕਾਰ ਨਾਲ ਵੀ ਇਸ ਤਰ੍ਹਾਂ ਹੀ ਜਾਪਦਾ ਵਾ ਜੀ, ਵੀ ਇੱਥੋਂ ਦੇ ਸਰਪੰਚ ਤਾਂ ਬਣੇ ਨੇ ਕੋਈ ਹੋਰ ਭਾਈ ਸਾਹਿਬ, ਜੀ, ਪਰ ਸਰਪੰਚ ਹੀ ਕਰਨਗੇ ਜਾਪਦਾ ਦਿੱਲੀ ਵਾਲੇ। ਬੜੀ ਡੂੰਘੀ ਐਗਜ਼ਾਮਪਲ ਤੁਸੀਂ ਦਿੱਤੀ ਆ। ਹਾਲਾਂਕਿ ਸੋਸ਼ਲ ਮੀਡੀਆ ਤੇ ਵੀ ਸਾਰੇ ਪੰਜਾਬੀ ਆਲਮੋਸਟ ਇਸ ਤਰ੍ਹਾਂ ਦੀ ਹੀ ਐਗਜ਼ਾਮਪਲ ਦੇ ਰਹੇ ਨੇ ਜਿਹੜੇ ਨਾਖੁਸ਼ ਨੇ ਸਰਕਾਰ ਦੇ ਫੈਸਲੇ ਨਾਲ। ਪਰ ਐਗਜ਼ਾਮਪਲ ਇਸ ਕਰਕੇ ਦੇਣੀ ਪੈ ਰਹੀ ਹੈ ਕਿਉਂਕਿ ਸਾਡੇ ਕਲਚਰ ਦੇ ਵਿੱਚ, ਸਾਡੇ ਸੱਭਿਆਚਾਰ ਦੇ ਵਿੱਚ, ਸਾਡੇ ਪੇਂਡੂ ਸੱਭਿਆਚਾਰ, ਤੁਸੀਂ ਮੈਨੂੰ ਇਹ ਦੱਸੋ ਜੀ ਭਈ ਸਾਡਾ ਪੰਜਾਬ 4 ਸਾਲ ਪਹਿਲਾਂ 22ਵੇਂ ਨੰਬਰ 'ਤੇ ਸੀ ਐਜੂਕੇਸ਼ਨ 'ਚ, ਜੀ, ਤੇ ਪਿਛਲੇ ਸਾਲ ਸਾਡਾ ਪੰਜਾਬ ਐਜੂਕੇਸ਼ਨ ਡਿਪਾਰਟਮੈਂਟ ਪਹਿਲੇ ਨੰਬਰ ਤੇ ਆਇਆ, ਬਿਲਕੁਲ। ਤੇ ਦਿੱਲੀ ਵਾਲੇ ਜਿਹੜੇ ਸੀ 6ਵੇਂ ਕੇ 4ਵੇਂ। ਹੁਣ ਜਿਹੜਾ ਪਹਿਲੇ ਨੰਬਰ ਵਾਲਾ ਉਹ 6ਵੇਂ ਨੰਬਰ ਵਾਲੇ ਕੋਲ ਇੰਸਟਰਕਸ਼ਨਾਂ ਲੈਣ ਜਾਏਗਾ, ਫਿਰ ਦੱਸੋ ਜੀ ਕੀ ਕਰਨਾ? ਮੈਂ ਕਿ 6ਵੇਂ ਨੰਬਰ ਵਾਲੇ ਨੂੰ ਪਹਿਲੇ ਨੰਬਰ ਕੋ ਪੁੱਛਣਾ ਚਾਹੀਦਾ। ਤੁਸੀਂ ਕਹਿ ਕੇ ਸਰਪੰਚ ਕਿਉਂਕਿ ਰਿਜ਼ਰਵ ਹੋ ਜਾਂਦੀ ਹੈ ਪੰਚਾਇਤ, ਤਾਂ ਬੀਬੀ ਨੂੰ ਬਣਾਉਣਾ ਪੈਂਦਾ ਘਰ ਚੋਂ ਅਗਲਾ ਸਰਪੰਚ। ਨਹੀਂ, ਜਨਰਲ ਵੀ ਬਣਦੀਆਂ, ਹਾਂਜੀ, ਸਰਪੰਚੀ ਰੱਖਣੀ ਪੈਂਦੀ, ਘਰ 'ਚ ਰੱਖਣ ਦਾ ਹੁੰਦਾ ਆਪਾਂ ਨੂੰ ਕਿਉਂ ਹੁੰਦੀ ਹੈ। ਉਹ ਅਕਸਰ ਇਸ ਕਰਕੇ ਕਿ ਉਹਦੇ ਕੋਲ ਤਜਰਬਾ ਨਹੀਂ ਹੁੰਦਾ ਬੀਬੀ ਕੋਲ, ਕਿਉਂਕਿ ਉਹ ਸਵਾਣੀ ਹੁੰਦੀ ਹੈ ਜਾਂ ਕਿਸੇ ਹੋਰ ਖਿੱਤੇ ਦੀ ਉਹ ਮਾਹਰ ਹੁੰਦੀ ਹੈ, ਉਹਨੂੰ ਪ੍ਰਸ਼ਾਸਨ ਨਾਲ ਡੀਲ ਕਰਨ ਦੀ, ਸ਼ਾਸਨ ਚਲਾਉਣ ਦਾ ਸਮਝ ਨਹੀਂ ਹੁੰਦੀ। ਇਸ ਕਰਕੇ ਜਿਹੜੀ ਸਰਪੰਚੀ ਹੈ ਉਹਦਾ ਘਰ ਵਾਲਾ ਉਹੀ ਚਲਾਉਂਦਾ ਹੁੰਦਾ। ਕਈ ਵਾਰ ਉਹ ਆਮ ਤੌਰ ਤੇ ਸਾਬਕਾ ਸਰਪੰਚ ਰਿਹਾ। ਨਹੀਂ, ਮੇਰਾ ਮਤਲਬ ਵੀ ਬੀਬੀਆਂ ਬੜੀਆਂ ਕਾਮਯਾਬ ਸਰਪੰਚ ਨੇ। ਇਸ ਕਰਕੇ ਸਰਪੰਚੀ ਆਪਣੇ ਹੱਥ ਰੱਖਦਾ ਹੁੰਦਾ ਹੈ, ਸਾਬਕਾ ਸਰਪੰਚ ਸਾਹਿਬ ਰੱਖਦੇ ਨੇ ਕਿ ਚਲੋ ਐਤਕਾ ਮਜਬੂਰੀ 'ਚ ਜਿਹੜਾ ਹੈਗਾ ਘਰ ਦੀ ਬੀਬੀ ਨੂੰ ਸਰਪੰਚੀ ਦੇਣੀ ਪੈ ਗਈ, ਰਿਜ਼ਰਵ ਹੋ ਗਿਆ ਸੀ ਪਿੰਡ। ਕੀ ਲੱਗਦਾ ਕਿ
ਇਹਦੇ ਗੱਲ ਤੇ ਨਾਕਾਬਲ ਬੀਬੀ ਹੈ ਉਹ ਹੁਣ ਦਾ ਉਹ ਤੇ ਮੇਰਾ ਖਿਆਲ ਤਾਂ ਫਿਰ ਖੇਡੀ ਗਈ ਸੋਚ ਕੇ ਵੀ ਇੱਥੇ ਇਹਨਾਂ ਨੂੰ ਐਂ ਕਰ ਦਿਓ ਤੇ ਕਰੀ ਮੈਂ ਜਾਵਾਂਗਾ। ਨਹੀਂ ਇਸੇ ਕਰਕੇ ਚੋਣ ਭਗਵੰਤ ਸਿੰਘ ਮਾਨ ਦੀ ਹੋਈ ਇਸੇ ਕਰਕੇ ਹੁਣ ਜੋ ਮੈਨੂੰ ਤੇ ਮੈਂ ਕਿਹੜਾ ਅੰਦਰ ਬੈਠਾ ਸੀ ਜੀ, ਪਰ ਜੋ ਹੁਣ ਸਰਕਮਸਟੈਂਸ਼ੀਅਲ ਐਵੀਡੈਂਸ ਮਿਲਦੀ ਪਈ ਹੈ ਉਹਦੇ ਤੋਂ ਸਾਰਾ ਪੰਜਾਬੀ ਜੀ ਬਾਹਰ ਦੁਨੀਆ 'ਚ ਬੈਠਾ ਵੀ ਇਹੋ ਅਸੈਸ ਕਰ ਰਿਹਾ ਵੀ ਇੱਕ ਪੰਜਾਬੀ ਨੂੰ ਇੱਕ ਪਗੜੀ ਵਾਲੇ ਨੇ ਮਜਬੂਰਨ ਬਣਾਉਣਾ ਪਿਆ ਜੀ, ਹਾਂਜੀ, ਤੇ ਬਣਾ ਕੇ ਮਨ ਦੀ ਖਾਸ਼ ਇਹੋ ਹੀ ਸੀ ਵੀ ਚਲਾਉਣਾ ਤੇ ਅਸੀਂ ਹੋਈ ਆ ਜੀ। ਖੈਰ ਇਹ ਤਾਂ ਹੁਣ ਦੀ ਸਰਕਾਰ ਦੀਆਂ ਗੱਲਾਂ ਹੋ ਗਈਆਂ, ਪਰ ਤੁਹਾਡੀ ਪਾਰਟੀ ਦੇ ਵਿੱਚ ਵੀ ਸਾਰਾ ਕੁਝ ਸਹੀ ਸਲਾਮਤ ਨਹੀਂ ਹੈਗਾ, ਸੁਖ ਸ਼ਾਂਤੀ ਨਹੀਂ ਹੈ। ਨਵਜੋਤ ਸਿੰਘ ਸਿੱਧੂ ਆਪਣੇ ਤੌਰ ਦੇ ਉੱਤੇ ਜਿਹੜਾ ਪਾਰਟੀ ਨੂੰ ਇੱਕ ਐਸਾ ਇੰਜਨ ਲਈ ਫਿਰਦੇ ਨੇ ਜਿਹਦਾ ਸਟੇਸ਼ਨ ਮਾਸਟਰ ਹੀ ਕੋਈ ਨਹੀਂ। ਦੇਖੋ ਤੁਸੀਂ ਗੱਲ ਠੀਕ ਆਖੀ, ਬੜੀ ਅਨਫੋਰਚੂਨੇਟ ਗੱਲ ਆ ਜੀ। ਡਿਊਰਿੰਗ ਇਲੈਕਸ਼ਨ ਵੀ ਇਹ ਗੱਲ ਬੜੀ ਸਾਹਮਣੇ ਉੱਭਰ ਕੇ ਆਈ ਤੇ ਮੇਰਾ ਖਿਆਲ ਆ ਸਾਨੂੰ ਉਹਦਾ ਖਮਿਆਜਾ ਵੀ ਭੁਗਤਣਾ ਪਿਆ ਜੀ। ਤੇ ਹੁਣ ਵੀ ਉਹ ਗੱਲ ਐਸਿਟੀ ਚਲੀ ਜਾ ਰਹੀ ਹੈ। ਨਵਜੋਤ ਸਿੰਘ ਸਿੱਧੂ ਵੀ ਆਪਣੇ ਥਾਂ ਦੇ ਵੱਡੇ ਲੀਡਰ ਨੇ, ਬਾਕੀ ਵੀ ਸਾਰੇ ਵੱਡੇ ਲੀਡਰ ਨੇ, ਮੈਂ ਤਾਂ ਬਹੁਤ ਛੋਟੀ ਚੀਜ਼ ਆ। ਪਰ ਇਹ ਸਾਰੀਆਂ ਗੱਲਾਂ ਬਾਰੇ ਸੋਚਣਾ ਕਰਨਾ ਇਹ ਹਾਈ ਕਮਾਂਡ ਦਾ ਕੰਮ ਹੈ। ਆਮ ਨੋਬਡੀ। ਖਾਸ਼ਾਂ ਸਰਦਾਰ ਨਵਜੋਤ ਸਿੰਘ ਸਿੱਧੂ ਦੇ ਮਨ 'ਚ ਵੀ ਹੈਗੀਆਂ, ਹੋਣੀਆਂ ਚਾਹੀਦੀਆਂ ਨੇ, ਹਰ ਕਿਸੇ ਮਨ 'ਚ ਖਾਸ਼ ਹੈ। ਔਰ ਖਾਸ਼ਾਂ ਨੂੰ ਸਿਸਟੇਮੈਟਿਕਲੀ ਇੰਪਲੀਮੈਂਟ ਕਰਨਾ ਵੀ ਥੋੜਾ ਜਿਹਾ ਮੇਰਾ ਖਿਆਲ ਆ ਡਿਸਿਪਲਿਨ ਵੀ ਰੱਖਣਾ ਚਾਹੀਦਾ। ਚਲੋ ਮੈਥੋਂ ਸਿਆਣੇ ਨੇ, ਕਰਮ ਵਾਲੇ ਨੇ, ਵਧਨ ਫੁੱਲਣ, ਰੱਬ ਉਹਨਾਂ 'ਤੇ ਮਿਹਰ ਕਰੇ, ਉਹਨਾਂ ਦੀ ਕਿਸਮਤ ਉਹਨਾਂ ਨਾਲ ਆ। ਪਰ ਫਿਰ ਵੀ ਕੋਈ ਨਾ ਕਿਸੇ ਮਰਿਆਦਾ 'ਚ ਰਹਿ ਕੇ ਅੱਗੇ ਵਧਣਾ ਚਾਹੀਦਾ। ਬਾਕੀ ਕਰਨ ਕਰਾਉਣ ਵਾਲਾ ਤਾਂ ਅਕਾਲ ਪੁਰਖ ਆ ਜੀ। ਬਸ ਤੁਸੀਂ ਕਾਂਗਰਸਮੈਨ ਨੂੰ, ਟਕਸਾਲੀ ਕਾਂਗਰਸੀ ਪਰਿਵਾਰ 'ਚ ਤੁਸੀਂ ਆਉਂਦੇ ਹੋ, ਕੀ ਲੱਗਦਾ ਨਹੀਂ ਕਿ ਜੋ ਆਮ ਕਾਂਗਰਸੀ ਵਰਕਰਾਂ 'ਚ ਵੀ ਇੱਕ ਪ੍ਰਭਾਵ ਹੈ, ਹੋ ਸਕਦਾ ਬਹੁਤ ਸਾਰੇ ਪੰਜਾਬੀਆਂ 'ਚ ਵੀ ਹੋਵੇ, ਕਿ ਜੇਕਰ ਅਗਵਾਈ ਚਰਨਜੀਤ ਸਿੰਘ ਚੰਨੀ ਦੀ ਬਜਾਏ ਨਵਜੋਤ ਸਿੰਘ ਸਿੱਧੂ ਨੂੰ ਮਿਲੀ ਹੁੰਦੀ ਤਾਂ ਸ਼ਾਇਦ ਨਤੀਜੇ ਕੁਝ ਹੋਰ ਹੋਣੇ ਸੀ। ਇਹ ਹੁਣ ਆਫਟਰ ਥਾਟਸ ਨੇ ਜੀ। ਇਹ ਤਾਂ ਹੁਣ ਗੱਲਾਂ ਕੀਤੀਆਂ ਜਾਂਦੀਆਂ ਨੇ, ਪਰ ਜਦੋਂ ਚੰਨੀ ਜੀ ਚੀਫ ਮਿਨਿਸਟਰ ਸਨ ਉਦੋਂ ਮੈਜੋਰਿਟੀ 100 'ਚੋਂ 80 ਬੰਦੇ ਇਹੋ ਹੀ ਕਹਿ ਰਹੇ ਸੀ ਵੀ ਚੰਨੀ ਜੀ ਨੂੰ ਹੀ ਲੀਡਰ ਡਿਕਲੇਅਰ ਕੀਤਾ ਜਾਏ। ਫਿਰ ਉਹ 80 ਗਲਤ ਸਾਬਤ ਹੋਏ ਦਾ ਉਹ ਹੁਣ ਤਾਂ ਗਲਤੀ ਹੈ। ਚੰਨੀ ਸਾਹਿਬ ਦੋਨੋਂ ਥਾਵਾਂ ਤੋਂ ਗਲਤ ਸਾਬਤ ਹੋਏ ਆ, ਇਹ 'ਚ ਕੋਈ ਸ਼ੱਕ ਆ। ਸਾਰੇ ਮੈਂ ਤਾਂ ਆਪਣੀ ਅਸੀਂ ਇਹ ਗੱਲ ਮੰਨਦੇ ਹਾਂ, ਪਰ ਨਿਰਾ ਉਹੀ ਗੱਲ ਨਹੀਂ ਜੀ। ਨਿਰਾ ਉਹੀ ਚੰਨੀ ਨੂੰ ਡਿਕਲੇਅਰ ਕਰਨਾ ਹੀ ਕਾਰਨ ਨਹੀਂ। ਜਿਹੜਾ ਕਾਰਨ ਆਪਣੇ ਲੜਾਈ ਸੀ ਤੇ ਬੜੀ ਓਪਨ ਲੜਾਈ ਸੀ, ਤੇ ਲੋਕ ਸਾਥੋਂ ਵੋਟਰ ਸਾਥੋਂ ਡਿਸਅਪੁਆਇੰਟਡ ਹੋ ਗਿਆ ਸਾਡੀ ਲੀਡਰਸ਼ਿਪ ਕੋਲ, ਜਿਹੜੀ ਪੰਜਾਬ ਦੀ ਲੀਡਰਸ਼ਿਪ ਸੀ। ਤੇ ਹਾਈ ਕਮਾਂਡ ਕਿਸੇ ਨੂੰ ਚੁੱਪ ਨਹੀਂ ਕਰਾ ਸਕੇ, ਉਸ ਕੈਪੈਸਿਟੀ 'ਚ ਨਹੀਂ ਰਹੀ ਹਾਈ ਕਮਾਂਡ, ਉਹ ਚੁੱਪ ਨਹੀਂ ਕਰਾ ਸਕੇ। ਹਾਈਕਮਾਨ ਦੇ ਸਾਹਮਣੇ ਜਦੋਂ ਹੁਣ ਮੌਕਾ ਕਿਸੇ ਨੂੰ ਚੁੱਪ ਕਰਾਉਣ ਦਾ ਆਇਆ ਤਾਂ ਹਾਈਕਮਾਨ ਬੜੀ ਕਮਜ਼ੋਰ ਸਾਬਤ ਹੋਈ ਹੈ। ਮੇਰਾ ਸਿੱਧਾ ਇਸ਼ਾਰਾ ਇਸੇ ਐਪੀਸੋਡ 'ਚੋਂ ਨਿਕਲੀ ਉਸ ਕੰਟਰੋਵਰਸੀ ਨਾਲ ਹੈ, ਚਰਨਜੀਤ ਸਿੰਘ ਚੰਨੀ ਉਹ ਨਾਲ ਹੀ, ਉਹਨਾਂ ਨੂੰ ਮੁੱਖ ਮੰਤਰੀ ਬਣਾਉਣ ਵਾਲੀ ਸੁਨੀਲ ਜਾਖੜ ਸਾਹਿਬ ਨੇ ਜੋ ਇੱਕ ਉਹਨਾਂ ਤੋਂ ਜ਼ੁਬਾਨ ਫਿਸਲ ਗਈ ਹੈ, ਜੋ ਮਰਜ਼ੀ ਕਹਿ ਲਓ। ਨਹੀਂ, ਮੇਰਾ ਖਿਆਲ ਆ ਠੀਕ ਹੈ, ਇਹਦਾ ਇੱਕ ਤਰੀਕਾ ਨੋਟਿਸ ਦੇਣ ਦਾ ਵੀ ਨਹੀਂ ਸੀ। ਜੇ ਚੰਗਾ ਹੁੰਦਾ ਜਾਖੜ ਸਾਹਿਬ ਨੂੰ ਦਿੱਲੀ ਸੱਦ ਕੇ ਜੀ ਅੰਦਰ ਖੱਦ ਕੇ ਪੁੱਛ ਲਿਆ ਜਾਂਦਾ ਵੀ ਤੂੰ ਕਿਉਂ ਗੱਲ ਕਰ ਰਿਹਾ ਜਾਂ ਕੀ ਗੱਲ ਹੈ, ਉਹ ਮੱਚ ਬੈਟਰ ਹੁੰਦਾ ਬਜਾਏ ਕਿ ਪਬਲਿਕ ਟਰਾਇਲ ਕਰਨ ਦਾ, ਨੋਟਿਸ ਦੇ ਕੇ ਅਖਬਾਰਾਂ 'ਚ ਘਟਾ ਕੇ। ਸੋ ਉਹਦੇ ਨਾਲੋਂ ਮੈਂ ਹੁੰਦਾ ਤੇ ਮੈਂ ਜ਼ਰੂਰ ਜਾਖੜ ਸਾਹਿਬ ਨੂੰ ਜੇ ਮੈਂ ਹਾਈ ਕਮਾਂਡ ਹੁੰਦਾ ਤਾਂ ਮੈਂ ਜ਼ਰੂਰ ਜਾਖੜ ਸਾਹਿਬ ਨੂੰ ਪਰਸਨਲੀ ਸੱਦਦਾ ਵੀ ਤੂੰ ਆਹ ਗੱਲ ਆਖੀ ਹੈ, ਕਿਉਂ ਆਖੀ ਹੈ, ਕਿੰਨਾ ਸਰਕਮਸਟੈਂਸ ਆਖੀ ਆ, ਮਾਜੋ ਸਾਹਿਬ, ਬਜਾਏ ਕਿ ਮੈਂ ਨੋਟਿਸ ਦਿੰਦਾ ਤੇ ਉਹ ਕਰਦਾ। ਮੇਰਾ ਖਿਆਲ ਗੱਲਬਾਤ ਦਾ ਰਾਹ ਜਿਹੜਾ ਸੀ ਉਹ ਬੈਟਰ ਸੀ, ਜਿਹੜਾ ਹਾਈ ਕਮਾਂਡ ਦੇ ਤੇ ਕਾਂਗਰਸ ਦੇ ਭਲੇ ਲਈ ਸੀ, ਕਿਉਂਕਿ ਇਸ ਵੇਲੇ ਕਾਂਗਰਸ ਕ੍ਰਾਈਸਿਸ ਆ, ਸਾਨੂੰ ਇੱਕ ਬੰਦੇ ਦੀ ਲੋੜ ਆ ਜੀ। ਸੋ ਪਰ ਜੋ ਹੋ ਗਿਆ ਹੁਣ ਹੋ ਗਿਆ, ਹਾਈ ਕਮਾਂਡ ਦੇਖਦੀ ਕਰ। ਬਸ ਮਾਝੇ 'ਚ ਕਾਂਗਰਸ ਦੀ ਜੋ ਮਜ਼ਬੂਤੀ ਦਾ ਕੀ ਕਾਰਨ ਹੈ? ਮਲਵਈ ਕਾਂਗਰਸੀ ਹਾਰ ਗਏ, ਧਨਾੜ ਚੋਟੀ ਦੇ ਕਾਂਗਰਸੀ ਹਾਰ ਗਏ, ਮਾਲਵੇ 'ਚ ਦੁਆਬੇ 'ਚ ਕਾਂਗਰਸੀ ਹਾਰ ਗਏ, ਮਾਝਾ ਐਕਸਪ੍ਰੈਸ ਫਿਰ ਵੀ ਉਵੇਂ ਤੁਰੀ ਫਿਰਦੀ ਹੈ। ਨਹੀਂ, ਮਾਝਾ ਐਕਸਪ੍ਰੈਸ ਕੋਈ ਚੀਜ਼ ਨਹੀਂ ਹੈਗੀ, ਐਵੇਂ ਸਾਨੂੰ ਪਤਾ ਨਹੀਂ ਕਿਉਂ ਨਾਂ ਦੇ ਦਿੱਤਾ, ਤੇ ਮੈਨੂੰ ਤਾਂ ਬਹੁਤ ਚੰਗਾ ਲੱਗਦਾ ਨਹੀਂ ਵੀ ਮਾਝਾ ਐਕਸਪ੍ਰੈਸ ਕੋਈ ਚੀਜ਼ ਹੈਗੀ ਆ। ਬਾਕੀ ਮੇਰੇ ਇਲਾਕੇ ਦੇ ਲੋਕ ਚੰਗੇ ਨੇ, ਮੈਂ ਤਾਂ ਆਪਣੇ
ਲੋਕਾਂ ਦਾ ਦੇਣਦਾਰ ਹਾਂ, ਫਤਿਹਗੜ੍ਹ ਚੂੜੀਆਂ ਦੇ ਲੋਕਾਂ ਦਾ ਦੇਣਦਾਰ ਹਾਂ। ਮੈਂ ਉਹਨਾਂ ਦਾ ਰਹਿਣੀ ਆ ਜਿਨ੍ਹਾਂ ਨੇ ਤੀਜੀ ਵਾਰ ਮੈਨੂੰ ਜਿਤਾਇਆ। ਕੋਈ ਮੇਰੇ 'ਚ ਕੋਈ ਵਾਧੂ ਐਕਸਟਰਾ ਕੁਆਲਿਟੀ ਨਹੀਂ ਹੈਗੀ, ਇਹ ਈਸ਼ਵਰ ਦੀ ਕਿਰਪਾ, ਅਕਾਲ ਪੁਰਖ ਦੀ ਕਿਰਪਾ ਅਤੇ ਮੇਰੇ ਚੰਗੇ ਲੋਕਾਂ ਦਾ, ਮੇਰੀ ਕਿਸਮਤ ਚੰਗੀ, ਮੈਨੂੰ ਚੰਗੇ ਲੋਕ ਮਿਲੇ ਨੇ ਜਿਨ੍ਹਾਂ ਨੇ ਤੀਜੀ ਵਾਰ ਜਿਤਾਇਆ। ਰਾਜਾ ਵੜਿੰਗ ਤੋਂ ਕਿੰਨੀ ਕੁ ਉਮੀਦ ਲੱਗਦੀ ਹੈ ਕਿ ਉਹ ਕਾਂਗਰਸ ਨੂੰ ਸੰਗਠਿਤ ਕਰਕੇ ਰੱਖ ਸਕਦੇ ਹੋਏ ਅੱਗੇ ਲੈ ਕੇ ਜਾ ਸਕਣਗੇ? ਦੇਖੋ, ਰਾਜੇ ਵੜਿੰਗ ਨੂੰ ਇੱਕ ਜ਼ਿੰਦਗੀ 'ਚ ਮੌਕਾ ਮਿਲਿਆ ਜਿਹੜਾ ਬੜਾ ਘੱਟ ਇਸ ਉਮਰ 'ਚ ਮਿਲਦਾ। ਹੁਣ ਉਹਦੀ ਐਬਿਲਿਟੀ ਦਾ ਉਹਨੂੰ ਆਪਣਾ ਸਾਬਤ ਕਰਨ ਦਾ ਮੌਕਾ ਮਿਲਿਆ। ਸੋ ਰੱਬ ਕਰੇ ਉਹ ਕਾਮਯਾਬ ਹੋਵੇ, ਪਰ ਸਾਰਾ ਡਿਪੈਂਡ ਉਹਦੇ ਬਿਹੇਵੀਅਰ 'ਤੇ, ਉਹਦੇ ਵਰਕਿੰਗ ਸਟਾਈਲ 'ਤੇ, ਉਹਦੇ ਸਭ ਨੂੰ ਨਾਲ ਲੈ ਕੇ ਤੁਰਨ ਦੀ ਉਹਦੀ ਆਪਣੀ ਹਿੰਮਤ ਹੋਣੀ ਚਾਹੀਦੀ ਹੈ। ਲੰਬੀ ਲੜਾਈ ਹੈ, ਪੂਰੇ 5 ਸਾਲ ਪਏ ਨੇ, ਇਸ ਕਰਕੇ ਔਕੜਾਂ ਵੀ ਬੜੀਆਂ ਆਉਣੀਆਂ ਨੇ, ਪਰ ਇਹ ਉਹਦੇ ਲਈ ਇੱਕ ਚੈਲੰਜਿੰਗ ਜੌਬ ਆ। ਜੇ ਇਸ ਚੈਲੰਜ 'ਚੋਂ ਨਿਕਲ ਗਿਆ ਫਿਰ ਉਹਦਾ ਕੈਰੀਅਰ ਬਣ ਗਿਆ, ਜੇ ਇਸ ਚੈਲੰਜ ਕਿਤੇ ਫੇਲ ਹੋ ਗਿਆ ਤਾਂ ਫਿਰ ਕੁਝ ਵੀ ਹੋ ਸਕਦਾ। ਜੀ, ਮੈਂ ਆਖਰੀ ਸਵਾਲ ਵੱਲ ਜਾਂਦਾ ਕਿ ਹਾਲਾਂਕਿ ਤੁਸੀਂ ਪਹਿਲਾਂ ਵੀ ਨਿਸ਼ਚਿਤ ਕਰ ਦਿੱਤਾ ਹੈ ਕਿ ਸਰਕਾਰ ਜਿਹੜੀ ਹੈ ਇਹ ਦਿੱਲੀ ਤੋਂ ਚੱਲ ਰਹੀ ਹੈ, ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਸਰਕਾਰ ਚਲਾ ਰਹੇ ਨੇ। ਕੀ ਲੱਗਦਾ ਹੈ ਕਿ 5 ਸਾਲ ਬਾਅਦ ਪੰਜਾਬ ਨੂੰ ਕਿੱਥੇ ਖੜਾ ਦੇਖਦੇ ਹੋ ਇਸ ਸਰਕਾਰ ਦੇ ਕਾਰਜਕਾਲ ਤੋਂ? ਮੈਂ ਨਜੂਮੀ ਨਹੀਂ ਹੈਗਾ ਜੀ, ਜਿਸ ਕਰਕੇ ਮੈਂ ਕੁਝ ਨਹੀਂ ਕਹਿ ਸਕਦਾ। ਮੈਂ ਤੁਹਾਨੂੰ ਪਹਿਲਾਂ ਵੀ ਆਖਿਆ ਵੀ ਇਹ 1 ਮਹੀਨਾ 1.5 ਮਹੀਨਾ ਬਹੁਤ ਛੋਟਾ, ਕਿਸੇ ਬਾਰੇ ਅਸੈਸ ਕਰਨਾ, ਕੁਝ ਕਹਿਣਾ, ਚੰਗਾ ਮਾੜਾ ਕਹਿਣਾ ਜੀ, ਨਾਲੇ ਮੇਰੇ ਅਸੈਸ ਕਰਨਾ ਕੋਈ ਗੱਲ ਤੇ ਲੋਕਾਂ ਦੀ ਹੈ। ਲੋਕ ਕੀ ਸੋਚਦੇ ਆ, ਲੋਕ ਚੰਗਾ ਸੋਚਦੇ, ਲੋਕ ਮਾੜਾ ਸੋਚਦੇ ਆ। ਸੋ ਇਹ ਫੈਸਲਾ ਲੋਕਾਂ ਦੇ ਦਰਬਾਰ 'ਚ ਹੀ ਹੋਣਾ ਵਾ। ਲੋਕਾਂ ਦਾ ਆਪਣਾ ਤਰੀਕਾ ਸਾਨੂੰ ਅਸੈਸ ਕਰਨ ਦਾ, ਉਹਨਾਂ ਦਾ ਆਪਣਾ ਪੈਮਾਨਾ। ਸੋ ਇਹ ਗੱਲ ਲੋਕਾਂ 'ਤੇ ਛੱਡਦੀ ਹੈ ਜੀ। ਫਿਰ ਲੋਕ ਉਦੋਂ ਕੀ ਸੋਚਣਗੇ, ਜੋ ਸੋਚਣਗੇ ਸਾਨੂੰ ਉਹਦੇ ਅੱਗੇ ਸਿਰ ਝੁਕਾਉਣਾ ਪੈਂਦਾ ਹੈ। ਜੀ, ਬਾਜਵਾ ਸਾਹਿਬ, ਆਖਰੀ ਸਵਾਲ ਵੈਸੇ ਮੈਂ ਤੁਹਾਨੂੰ ਕਿਹਾ ਸੀਗਾ, ਪਰ ਇੱਕ ਸਵਾਲ ਮੈਨੂੰ ਸ਼ਰਾਰਤ ਦੀ ਸਵਾਲ ਜਾਂ ਇੱਕ ਫੁਰਿਆ ਹੈ ਕਿ ਤੁਸੀਂ ਕਿਹਾ ਕਿ ਮਾਝਾ ਐਕਸਪ੍ਰੈਸ, ਤੁਸੀਂ ਤਾਂ ਕਹਿੰਦੇ ਹੋ ਕਿ ਪਤਾ ਨਹੀਂ ਕਿੱਥੋਂ ਨਾਮ ਦੇਤਾ ਮੀਡੀਆ ਨੇ, ਤੁਸੀਂ ਤਾਂ ਮੰਨਦੇ ਨਹੀਂ, ਤੁਸੀਂ ਤਾਂ ਲੋਕਾਂ ਨਾਲ ਜੁੜੇ ਹੋਏ ਬੰਦੇ ਹੋ, ਪਰ ਕੀ ਲੱਗਦਾ ਹੈ ਕਿ ਮਾਝਾ ਐਕਸਪ੍ਰੈਸ, ਚਲੋ ਮੈਂ ਫਿਰ ਹਾਲੇ ਉਸ 'ਤੇ ਹੀ ਖੜਦਾ ਕਿ ਮਾਝਾ ਐਕਸਪ੍ਰੈਸ ਦੀ ਲਗਾਤਾਰ ਸਫਲਤਾ, ਲਗਾਤਾਰ ਸਪੀਡ ਮੇਨਟੇਨ ਰੱਖੀ ਹੋਈ ਹੈ ਸ਼ਤਾਬਦੀ ਵਾਂਗੂ ਮਾਝਾ ਐਕਸਪ੍ਰੈਸ ਨੇ ਕਾਂਗਰਸ ਦੇ ਵਿੱਚ, ਮਤਲਬ ਕਿ ਕਾਂਗਰਸ ਸਾਰੀ ਹਾਰ ਜਾਂਦੀ ਹੈ, ਮਾਝੇ ਵਾਲੇ ਜਿੱਤੇ ਖੜੇ ਹੁੰਦੇ ਨੇ, ਤਾਂ ਕੀ ਲੱਗਦਾ ਹੈ ਕਿ ਤੁਹਾਨੂੰ ਤੁਹਾਡੇ ਮਾਝੇ ਵਾਲਿਆਂ ਦੇ ਉੱਤੇ ਵੀ ਗੁਣੀਆਂ ਪੈਣਾ ਚਾਹੀਦਾ ਸੀਗਾ, ਹਾਈ ਕਮਾਨ ਦੀ ਸਵੱਲੀ ਨਜ਼ਰ ਪੈਣੀ ਚਾਹੀਦੀ ਸੀ ਕਿ ਤੁਹਾਡੇ 'ਚੋਂ ਕਿਸੇ ਨੂੰ ਪੰਜਾਬ ਦੀ ਪ੍ਰਧਾਨਗੀ ਮਿਲਦੀ, ਤੁਹਾਡੇ 'ਚੋਂ ਹਾਲਾਂਕਿ ਮਾਝੇ 'ਚੋਂ ਤੁਹਾਡੇ ਸਾਥੀ ਨੇ ਪਰ ਉਹ ਰਾਜ ਸਭਾ ਵਾਇਆ ਰਾਜ ਸਭਾ ਆਏ ਨੇ, ਉਹਨਾਂ ਨੂੰ ਨੇਤਾ ਵਿਰੋਧੀ ਧਿਰ ਬਣਾਇਆ ਗਿਆ। ਦੇਖੋ, ਗੱਲ ਹੈ ਵੀ ਜੀ, ਮੈਂ ਤਾਂ ਸੁੱਖ ਸਰਕਾਰੀਆ ਸਾਹਿਬ ਜੀ, ਅਸੀਂ ਲੋਕਾਂ 'ਚ ਹੀ ਰਹੇ ਹਾਂ ਜੀ। ਮੇਰਾ ਖਿਆਲ ਹੈ ਜੇ ਮੈਂ ਗਲਤ ਨਹੀਂ ਤੇ ਮੈਨੂੰ ਤੇ ਸੁੱਖ ਨੂੰ ਸੋਨੀਆ ਜੀ ਜਾਂ ਰਾਹੁਲ ਗਾਂਧੀ ਜੀ ਸ਼ਾਇਦ ਪਹਿਚਾਣਦੇ ਵੀ ਨਾ ਹੋ। ਸੱਚੀ? ਮੇਰਾ ਖਿਆਲ ਆ। ਅੱਛਾ, ਤੁਹਾਨੂੰ ਮੇਰਾ ਖਿਆਲ ਆ ਵੀ ਸ਼ਾਇਦ ਪਹਿਚਾਣਦੇ ਵੀ ਨਾ ਹੋਣ। ਦੱਸਣਾ ਪਏਗਾ ਇਹ ਸੁੱਖ ਸਰਕਾਰੀ ਹੈ ਜੀ, ਮੇਰਾ ਖਿਆਲ ਆ ਜੀ, ਕਿਉਂਕਿ ਅਸੀਂ ਲੋਕਾਂ 'ਚ ਹੀ ਰਹਿਣ ਵਾਲੇ ਬਹੁਤ ਅਫੋਰਡ ਵੀ ਨਹੀਂ ਕਰ ਸਕੇ ਦਿੱਲੀ ਜਾ ਕੇ ਮਿਲਣਾ ਗਿਲਣਾ, ਬਹੁਤੀਆਂ ਖਾਸ਼ਾਂ ਵੀ ਨਹੀਂ ਰੱਖੀਆਂ, ਮਗਰ ਮੁੜ ਤੁਰੇ ਫਿਰਨਾ, ਪਰ ਅਨਫੋਰਚੂਨੇਟ ਗੱਲ ਆ, ਕਿਤੇ ਨਾ ਕਿਤੇ ਮਨ 'ਚ ਹੈਗੀ ਹੈ। ਪਰ ਠੀਕ, ਕੈਪਟਨ ਅਮਰਿੰਦਰ ਸਿੰਘ ਦਾ ਜੋ ਸਟਾਈਲ ਆਫ ਵਰਕਿੰਗ ਸੀਗਾ ਉਹ ਪੰਜਾਬ ਕਾਂਗਰਸ ਨੂੰ ਪੰਜਾਬ ਦੀ ਖੇਤਰੀ ਪਾਰਟੀ ਦੇ ਤੌਰ ਤੇ ਚਲਾਉਂਦੇ ਸੀਗੇ, ਤਾਂ ਉਹਨਾਂ ਦਾ ਕੱਦ ਐਡਾ ਵੱਡਾ ਹੋ ਗਿਆ ਕਿ ਤੁਸੀਂ ਲਾਇਲਟੀ ਦੇ ਦਿਖਾਉਂਦੇ ਕੈਪਟਨ ਸਾਹਿਬ ਦੀ ਸ਼ੈਡੋ 'ਚ ਹੀ ਰਹਿ ਗਏ। ਮੈਂ ਤਾਂ ਲਾਇਲਟੀ ਜਿਹੜੀ ਕੀਤੀ ਹੈ ਕਾਂਗਰਸ ਦੇ ਨਾਲ ਹੀ ਕੀਤੀ ਆ ਜੀ। ਸੁਖ ਸਰਕਾਰੀ ਸੁਖ ਰੰਧਾਵਾ ਸਾਹਿਬ ਨੇ ਵੀ ਕਾਂਗਰਸ ਦੀ ਲਾਇਲਟੀ ਕਾਂਗਰਸ ਨੇ ਕੀਤੀ ਆ, ਅਸੀਂ ਕਿਸੇ ਪਰਸਨ ਦੇ ਲਾਇਲ ਨਹੀਂ ਰਹੇ ਜੀ। ਕੈਪਟਨ ਸਾਹਿਬ ਨੂੰ ਅਸੀਂ ਪਰਮਾਤਮਾ ਕਰਨ ਵਾਲਾ, ਪਰ ਅਸੀਂ ਉਹਨਾਂ ਦੇ ਵਰਕਰਸ ਆ, ਉਹਨਾਂ ਦੇ ਨਾਲ ਤੁਰੇ ਰਹੇ, ਸਿੰਸੀਅਰਲੀ ਤੁਰੇ ਰਹੇ ਆ, ਅਤੇ ਕਿਰਪਾ ਕੀਤੀ ਰੱਬ ਨੇ, ਚੀਫ ਮਿਨਿਸਟਰ ਬਣੇ, ਅਸੀਂ ਚਾਹੁੰਦੇ ਸਾਂ ਬਣੇ ਰਹਿਣ ਜੀ, ਪਰ ਥੋੜ੍ਹਾ ਜਿਹਾ ਡਿਫਰੈਂਸਿਸ ਬਣ ਗਏ, ਅਨਫੋਰਚੂਨੇਟਲੀ ਡਿਫਰੈਂਸਿਸ ਬਣ ਗਏ, ਪਰ ਅਸੀਂ ਕਾਂਗਰਸ ਨਾਲ ਖਲੋਤੇ ਰਹੇ, ਅੱਜ ਵੀ ਕਾਂਗਰਸ ਨਾਲ ਖਲੋਤੇ ਆ, ਭਾਵੇਂ ਸਾਨੂੰ ਹਾਈ ਕਮਾਂਡ ਪਛਾਣਦੀ ਕਿ ਨਹੀਂ ਪਛਾਣਦੇ, ਭਾਵੇਂ ਸੋਨੀਆ ਜੀ ਸਾਨੂੰ ਪਛਾਣਦੇ ਕਿ ਨਹੀਂ ਪਛਾਣਦੇ, ਭਾਵੇਂ ਰਾਹੁਲ ਜੀ ਸਾਨੂੰ ਪਛਾਣਦੇ, ਮੈਂ ਸ਼ੋਰ ਆ ਵੀ ਮੈਂ ਤੇ ਸੁਖ ਜੀ ਸੋਨੀਆ ਜੀ ਦੇ ਸਾਹਮਣੇ ਖਲੋ ਜੀ, ਜੇ ਭੀੜ 'ਚ ਖਲੋਤੇ ਸਾਨੂੰ ਪਛਾਣ ਨਹੀਂ ਸਕਣਗੇ, ਪਰ ਉਹ ਸ਼ਾਇਦ ਸਾਡੀਆਂ ਵੀ ਕਮੀਆਂ ਹੋਣ, ਪਰ ਅਸੀਂ ਕਦੇ ਘੱਟ ਗਏ ਆ, ਮਿਲਦੇ ਕਦੇ ਘੱਟ ਆ, ਪਰ ਲੋਕਾਂ ਦੇ ਵਿੱਚ ਅਸੀਂ, ਮੇਰਾ ਖਿਆਲ ਹੈ ਲੋਕਾਂ 'ਚ ਅਸੀਂ ਰਹਿੰਦੇ, ਲੋਕਾਂ ਨੇ ਸਾਡੇ ਨੂੰ ਸਤਿਕਾਰਿਆ, ਅਤੇ ਅਸੀਂ 2 ਹਾਈ ਕਮਾਂਡਾਂ ਹੁੰਦੀਆਂ ਨੇ, ਇੱਕ ਦਿੱਲੀ ਵਾਲੀ, ਇੱਕ ਲੋਕ, ਇੱਕ ਪਬਲਿਕ ਹਾਈ ਕਮਾਂਡ ਦੀ, ਅਸੀਂ ਪਬਲਿਕ ਹਾਈ ਕਮਾਂਡ ਨੂੰ ਬਹੁਤ ਇੰਪੋਰਟੈਂਸ ਦਿੱਤੀ ਆ, ਬਾਕੀ ਦਿੱਲੀ ਵਾਲੇ ਜੋ ਕਰਦੇ ਠੀਕ ਆ।
ਇਹ ਠੀਕ ਹੈ। ਤਾਂ ਮੇਰੇ ਖਿਆਲ 'ਚ ਪਹਿਲੀ ਵਾਰ ਤੁਹਾਡਾ ਰੋਸਾ ਜਿਹੜਾ ਹੈਗਾ ਆ ਨਹੀਂ ਰੋਸਾ ਕੋਈ ਨਹੀਂ, ਮੈਂ ਤਾਂ ਰਿਐਲਿਟੀ ਦੱਸੀ ਆ। ਖੋਲਿਆ ਕਿ ਤੁਹਾਨੂੰ ਸ਼ਾਇਦ ਤੁਹਾਡੀ ਹਾਈ ਕਮਾਨ ਪਛਾਣੇ ਵੀ ਨਾ, ਸਿੱਧੇ ਸਾਹਮਣੇ ਵੇਖ ਕੇ ਜੀ ਇਹ ਸਰਦਾਰ ਸਾਹਿਬ ਕੌਣ ਆਉਂਦੇ ਨੇ, ਦੱਸਣਾ ਪਏਗਾ ਕਿ ਇਹ ਸਰਦਾਰ ਰਜਿੰਦਰ ਸਿੰਘ ਬਾਜਵਾ ਨੇ, ਇਹ ਲਗਾਤਾਰ ਡੇਰਾ ਬਾਬਾ ਨਾਨਕ ਉੱਥੋਂ ਫਤਿਹਗੜ੍ਹ ਚੂੜੀਆਂ ਤੋਂ ਜਿੱਤਦੇ ਆ ਰਹੇ ਨੇ। ਪਰ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਭਾਵੇਂ ਕੋਈ ਪਾਰਟੀ ਪ੍ਰਧਾਨ ਬਣੇ, ਭਾਵੇਂ ਕੋਈ ਹੋਰ ਕਿਸੇ ਨੂੰ ਅਹੁਦਾ ਮਿਲੇ, ਤੁਹਾਡੇ ਗੋਡੇ ਹੱਥ ਲਾਈ ਬਿਨਾਂ ਉਹਦਾ ਗੁਜ਼ਾਰਾ ਨਹੀਂ ਹੈਗਾ। ਉਹਨੇ ਗੋਡੇ ਹੱਥ ਲਾਉਣ ਦੀ ਨਹੀਂ ਗੱਲ ਹੈਗੀ, ਏਜ ਫੈਕਟਰ ਵੀ ਹੈਗਾ ਵਾ ਜੀ। ਸੇ ਤੇ ਉਹਨਾਂ ਦਾ ਵੱਡਾ ਪਾਣਾ, ਇਹ ਤੇ ਜਿਹੜੇ ਗੋਡੇ ਹੱਥ ਲਾਉਂਦੇ ਉਹਨਾਂ ਦਾ ਵੱਡਾ ਪਾਣਾ। ਮੇਰੇ 'ਚ ਕੋਈ ਖੂਬੀ ਨਹੀਂ ਖਾਸ, ਗੁਨਾਹੀ ਭਰਿਆ ਮੈਂ ਫਿਰਾਂ ਤੇ ਲੋਕ ਕਹਿਣ ਦਰਵੇਸ਼, ਮੇਰੇ 'ਚ ਕੋਈ ਖਾਸ ਖੂਬੀ ਨਹੀਂ, ਇਹ ਤਾਂ ਉਹਨਾਂ ਦੀ ਗ੍ਰੇਟਨੈਸ ਆ ਜਿਨ੍ਹਾਂ ਜੇ ਕੋਈ ਮੇਰੇ ਗੋਡੀ ਹੱਥ ਲਾਉਂਦਾ। ਸੋ ਇਹ ਨਹੀਂ ਵੀ ਮੈਂ ਕੋਈ ਬੜਾ ਵੱਡੀ ਚੀਜ਼ ਆ ਜਾਂ ਬੜਾ ਚੰਗਾ ਇਨਸਾਨ ਆ, 100 ਕਤਾਈਆਂ ਨੇ ਮੇਰੇ 'ਚ, ਪਰ ਇਹ ਗ੍ਰੇਟਨੈਸ ਉਹਨਾਂ ਲੋਕਾਂ ਦੀ ਆ। ਜੀ, ਅਸੀਂ ਗੱਲਬਾਤ ਕੀਤੀ ਹੈ ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਉਹਨਾਂ ਦੇ ਨਾਲ। ਜੋ ਸਭ ਤੋਂ ਮਹੱਤਵਪੂਰਨ ਸਾਨੂੰ ਗੱਲ ਇਸ ਗੱਲਬਾਤ 'ਚੋਂ, ਗੱਲਾਂ ਬਹੁਤ ਰੌਚਕ ਹੋਈਆਂ ਨੇ, ਸੁਣਨ ਵਾਲੀਆਂ ਨੇ, ਡਰਾਇੰਗ ਰੂਮ ਟਾਕ ਹੈ ਇੱਥੇ, ਇਸ ਤਰ੍ਹਾਂ ਦੀਆਂ ਗੱਲਾਂ ਅਕਸਰ ਹੁੰਦੀਆਂ ਨੇ, ਰੋਸੇ ਗਿਲੇ ਕਿਤੇ ਖੁਸ਼ੀਆਂ। ਪਰ ਸਭ ਤੋਂ ਵੱਡੀ ਗੱਲ ਹੈ ਕਿ ਮੌਜੂਦਾ ਪੰਚਾਇਤ ਮੰਤਰੀ ਸਾਹਿਬ ਨੇ ਇਹਨਾਂ ਦੇ ਉੱਤੇ ਇਲਜ਼ਾਮ ਲਾਇਆ ਕਿ 25,000 ਤੋਂ ਵੱਧ ਕਿੱਲੇ ਜ਼ਮੀਨ ਜਿਹੜੀ ਹੈ ਉਹ ਮਾਝਾ ਖੇਤਰ ਦੇ ਵਿੱਚ, ਖਾਸ ਕਰ ਪਠਾਨਕੋਟ ਬੈਲਟ ਦੇ ਵਿੱਚ, ਉਹਦੇ ਵਿੱਚ ਕੋਈ ਘਪਲਾ ਹੋਇਆ ਹੈ। ਤਾਂ ਇਹਨਾਂ ਨੇ ਚੁਣੌਤੀ ਪਰਤਵੀਂ ਚੁਣੌਤੀ ਦਿੱਤੀ ਹੈ ਮੌਜੂਦਾ ਪੰਚਾਇਤ ਮੰਤਰੀ ਸਾਹਿਬ ਨੂੰ ਕਿ ਉਹ ਸਪੈਸੀਫਿਕ ਜਿਹੜੀ ਹੈ ਇਲਜ਼ਾਮ ਵੀ ਸਪੈਸੀਫਿਕ ਲਾਉਣ ਤੇ ਇਨਕੁਆਇਰੀ ਵੀ ਸਪੈਸੀਫਿਕ ਕਰਨ। ਇਹ ਨਹੀਂ ਕਿ ਜਨਰਲਾਈਜ਼ ਕਰ ਲਓ ਕਿ ਜੀ ਹਨੂੰਮਾਨ ਜੀ ਵਾਂਗੂ ਕਿ ਪਹਾੜ ਚੁੱਕ ਲਿਆ ਤੇ ਬੂਟੀ ਦਾ ਵਿੱਚੋਂ ਲੱਭਣੀ ਪੈਣੀ ਹੈ। ਬੂਟੀ ਲੱਭ ਕੇ ਮੇਰੇ ਖਿਆਲ ਜੋ ਅਸੀਂ ਸਮਝ ਪਾ ਰਹੇ ਹਾਂ ਕਿ ਇਹਨਾਂ ਦਾ ਇਹ ਹੈ ਕਿ ਉਂਗਲ ਰੱਖ ਕੇ ਦੱਸਣ ਕਿ ਆਹ ਕਿੱਲਾ, ਆਹ ਰਕਬਾ, ਆਹ ਮਸਤੀਲ ਨੰਬਰ ਤੇ ਆਹ ਪਿੰਡ ਦੀ ਜ਼ਮੀਨ ਜਿਹੜੀ ਹੈ ਇਹਦੇ ਤੇ ਇਸ ਤਰ੍ਹਾਂ ਕਰਕੇ ਕਬਜ਼ਾ ਹੋਇਆ। ਤੇ ਇਹ ਕਹਿੰਦੇ ਨੇ ਕਿ ਅਸੀਂ ਇਨਕੁਆਇਰੀ ਲਈ ਖੁੱਲੇ ਮਨ ਨਾਲ ਤਿਆਰ ਆ, ਰੜੇ ਮੈਦਾਨ ਤਿਆਰ ਆ। ਬਹੁਤ ਸ਼ੁਕਰੀਆ ਬਾਜਵਾ ਸਾਹਿਬ। ਤੁਹਾਡਾ ਸ਼ੁਕਰੀਆ ਜੀ, ਥੈਂਕ ਯੂ।